ਤੁਹਾਡੇ ਸਭ ਤੋਂ ਮਾਫੀ ਚਾਹੁੰਦੇ ਆ। ਜਿਹੜੇ ਜਿਹੜੇ ਵੀਰ ਚਾਹ ਪੀ ਰਿਹਾ ਜਲਦੀ ਜਲਦੀ ਉਹ ਚਾਹ ਵੀ ਪੀ ਲੈਣ। ਤੇ ਨਾਲ ਦੀ ਨਾਲ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਸੁਖਦੇਵ ਸਿੰਘ ਸਨੇਰ ਹੋਰਾਂ ਨੂੰ ਅਚਾਨਕ ਕੰਮ ਕੋਈ ਆ ਗਿਆ ਹੈ। ਉਹਨਾਂ ਦੇ ਕਿਸੇ ਸਾਥੀ ਦੇ ਪਲੇਟਲੇਟ ਸੈੱਲ ਘਟ ਗਏ ਡੇਂਗੂ ਕਾਰਨ ਤੇ ਉਹਨੂੰ ਖੂਨ ਦੀ ਤੁਰੰਤ ਜ਼ਰੂਰਤ ਹੈ। ਇਸ ਕਰਕੇ ਉਹਨਾਂ ਨੇ ਉੱਥੇ ਹਸਪੀਟਲ ਦੇ ਵਿੱਚ ਜਾਣਾ ਹੈ। ਸੋ ਮੇਰੀ ਗੁਜ਼ਾਰਿਸ਼ ਹੈ ਕਿ ਜਿਹੜੇ ਮੈਂ ਨਾ ਬੋਲਾਂ ਉਹਨਾਂ ਕਿਸਾਨ ਵੀਰਾਂ ਨੂੰ, ਉਹਨਾਂ ਕਿਸਾਨ ਆਗੂਆਂ ਨੂੰ ਜਿਹੜੇ ਲੰਮੇ ਸਮੇਂ ਤੋਂ ਇਸ ਸੰਘਰਸ਼ ਦੇ ਵਿੱਚ ਸ਼ਾਮਲ ਰਹੇ ਆ, ਉਹਨਾਂ ਨੂੰ ਬੇਨਤੀ ਹੈ ਕਿ 1 ਮਿੰਟ ਵਾਸਤੇ ਸਟੇਜ ਤੇ ਆ ਜਾਣ। ਕੰਮ ਸਾਹਿਬ ਤੁਸੀਂ ਲੈ ਲਓ ਹਾਰ ਕੁਝ ਪ੍ਰੇਮ ਲੈ ਲਓ ਹਾਰ ਕੁਝ ਪਾਓ ਤੁਸੀਂ। ਚਲੋ ਪੱਤਰਕਾਰ ਸਾਡੇ ਪ੍ਰੈਸ ਫੋਟੋਗ੍ਰਾਫਰ ਪ੍ਰਤਾਪ ਸਿੰਘ ਹੀਰਾ ਨੂੰ ਬੇਨਤੀ ਹੈ ਕਿ ਮਿਹਰਬਾਨੀ ਕਰਕੇ ਉਹ ਇਸ ਰਸਮ ਦੀ ਅਸੀਂ ਅੱਜ 3 ਕਾਲੇ ਕਾਨੂੰਨ ਵਾਪਸ ਹੋਣ ਦੀ ਖੁਸ਼ੀ ਦੇ ਵਿੱਚ ਭਾਵੇਂ ਸੰਘਰਸ਼ ਅਜੇ ਬੰਦ ਨਹੀਂ ਹੋਇਆ, ਅੰਦੋਲਨ ਖਤਮ ਨਹੀਂ ਹੋਇਆ, ਜੰਗ ਜਿਹੜੀ ਹੈ ਉਹ ਜਾਰੀ ਰਹੇਗੀ, ਪਰ ਇੱਕ ਪੜਾਅ ਅਸੀਂ ਜਿੱਤ ਲਿਆ। ਉਸ ਜਿੱਤ ਦੀ ਖੁਸ਼ੀ ਦੇ ਵਿੱਚ ਸਾਡੇ ਇਹ ਯੋਧੇ ਸੂਰਮੇ ਲਗਾਤਾਰ ਲੰਮੇ ਸਮੇਂ ਤੋਂ ਸੰਘਰਸ਼ਸ਼ੀਲ ਰਹੇ ਆ। ਨਹੀਂ ਮੈਨੂੰ ਕੋਈ ਨਹੀਂ ਰਹਿਣਾ, ਨਹੀਂ ਨਹੀਂ ਬਹੁਤ ਧੰਨਵਾਦ ਤੁਹਾਡਾ ਸਭ ਦਾ। ਤੇ ਜ਼ੋਰਦਾਰ ਤਾੜੀਆਂ ਤੇ ਇਨਕਲਾਬ ਜਿੰਦਾਬਾਦ ਦੇ ਆਪਾਂ ਨਾਰੇ ਲਾ ਕੇ ਇਹਨਾਂ ਸਾਥੀਆਂ ਦਾ ਸਵਾਗਤ ਕਰਨਾ ਹੈ। ਨਾਰੇ ਲਾ किसान मजदूर एकता, किसान मजदूर एकता। ਅਸੀਂ ਜਿਵੇਂ ਵਿਆਹ ਇੱਕ ਤਰ੍ਹਾਂ ਨਾਲ ਕਿਸਾਨ ਮਜ਼ਦੂਰ ਸੰਘਰਸ਼ ਨੂੰ ਸਮਰਪਿਤ ਕੀਤਾ ਸੀ, ਉਸੇ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਵਿਆਹ ਇਸ ਤਰ੍ਹਾਂ ਵੀ ਕੀਤੇ ਜਾ ਸਕਦੇ ਆ ਜਿੱਥੇ ਅਸੀਂ ਲੱਚਰ ਅਖਾੜੇ ਤੇ ਨੰਗੇ ਨਾਚ ਦੇਖਦੇ ਆ, ਉੱਥੇ ਇਸ ਤਰ੍ਹਾਂ ਸ਼ਾਲੀਨਤਾ ਦੇ ਨਾਲ ਸਮਾਜ ਨੂੰ ਇੱਕ ਸੁਨੇਹਾ ਦੇਣ ਵਾਸਤੇ ਵੀ ਚੰਗੇ ਵਿਆਹਾਂ ਦੀ ਬਿਰਤ ਪਾਈ ਜਾ ਸਕਦੀ ਹੈ। ਸੋ ਇੱਕ ਵਾਰੀ ਫੇਰ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਯੋਧਿਆਂ ਦਾ, ਸੂਰਬੀਰਾਂ ਦਾ, ਜਿਹੜੇ ਪਿਛਲੇ ਕਈ ਮਹੀਨਿਆਂ ਤੋਂ ਇਸ ਸੰਘਰਸ਼ ਦੇ ਵਿੱਚ ਸ਼ਾਮਲ ਨੇ ਤੇ ਤਨ ਮਨ ਤੇ ਧਨ ਦੇ ਨਾਲ। ਮੈਨੂੰ ਪਤਾ ਹੈ ਸਨੇਰ ਤੇ ਲੰਗੋਦੇਵਾ ਦੇ ਵਿੱਚ ਅਸੀਂ ਕਿੰਨੇ ਪ੍ਰੋਗਰਾਮ ਕੀਤੇ, ਜੀਰੇ ਦੇ ਵਿੱਚ ਵੀ, ਤੇ ਕਿਵੇਂ ਹਫ਼ਤੇ ਬਾਅਦ ਇਹਨਾਂ ਦੇ ਜਿਹੜੇ ਨਾਲ ਦੇ ਸਾਥੀ ਨੇ ਉਹ ਤਿਆਰ ਰਹਿੰਦੇ ਆ ਜਾਣ ਲਈ। ਅਸੀਂ ਆਪ ਮੈਂ 3 ਵਾਰ ਦਿੱਲੀ ਬਾਰਡਰ ਤੇ ਜਾ ਕੇ ਆਇਆ ਤੇ ਲਗਾਤਾਰ ਉੱਥੇ ਸੰਪਰਕ ਰਹਿੰਦਾ ਇਹਨਾਂ ਦਾ। ਇੱਕ ਪੈਰ ਇੱਥੇ ਹੁੰਦਾ, ਇੱਕ ਦਿੱਲੀ ਹੁੰਦਾ ਹੈ। ਸੋ ਸਾਰਿਆਂ ਦਾ ਅਸੀਂ ਬਹੁਤ ਦਿਲ ਤੋਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਜੋਬਨਜੀਤ, ਲਵਪ੍ਰੀਤ ਫੇਰੋਕੇ, ਇਹ ਸਾਡੇ ਯੋਧੇ ਆ ਜਿਹੜੇ ਲੜਾਈ ਦੇ ਮੂਹਰਲੇ ਮੋਰਚਿਆਂ ਦੇ ਵਿੱਚ ਲੜਦੇ ਰਹੇ ਆ। ਸੋ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਉੱਠ ਕਿਰਤੀਆ ਉੱਠ ਵੇ, ਉੱਠਣ ਦਾ ਵੇਲਾ, ਚੜ੍ਹ ਬੈਰੀ ਦੀ ਪੁੱਟ ਵੇ, ਉੱਠਣ ਦਾ ਵੇਲਾ, ਤੇਰੇ ਸਿਰ ਤੇ ਜੋ ਜੋ ਚਾਨਣ ਗਏ ਨੇ ਤੇਰੇ ਜੁੱਟ ਵੇ, ਉੱਠਣ ਦਾ ਵੇਲਾ, ਉੱਠ ਕਿਸਾਨਾ ਉੱਠ ਵੇ, ਉੱਠਣ ਦਾ ਵੇਲਾ, ਚੜ੍ਹ ਬੈਰੀ ਦੀ ਪੁੱਟ ਵੇ, ਉੱਠਣ ਦਾ ਵੇਲਾ, ਬਾਬਲੀ ਦੇ ਵੇੜੇ ਅੰਬੀ ਦਾ ਬੂਟਾ, ਅੰਬੀ ਨੂੰ ਬੂਰ ਪਿਆ ਵੇ ਬਾਬਲਾ, ਅੰਬੀ ਨੂੰ ਬੂਰ ਪਿਆ, ਵਸਦਾ ਰਹੇ ਮੇਰੇ ਬਾਬਲ ਦਾ ਵੇੜਾ, ਧੀਆਂ ਦੀ ਇਹੀ ਦੁਆ। ਉਹ ਜੱਟ ਦੇ ਟਿੱਬਿਆਂ ਦੇ ਵਿੱਚ ਡੇਰੇ ਲਈ ਫਿਰਦਾ ਮੌਤ ਨਾਲ ਫੇਰੇ, ਉਹ ਥਾਪੀ ਮਾਰ ਬਗਾਨੇ ਘੇਰੇ, ਨੀ ਬੰਬੀ ਹਾ ਬੋਲੇ ਬੋਲੇ, ਨੀ ਬੰਬੀ ਹਾ ਬੋਲੇ। ਵੀਰਿਆ ਅੰਬੀ ਨੂੰ ਬੂਰ ਪਿਆ, ਆ ਸੁਣ ਹੋ ਲਾਲੀ ਕਲਮਾਂ ਨੂੰ ਹੁਣ ਬਿੱਲੋ ਅੱਗ ਨੀ,
ਉਹ ਵੇਖੀ ਫੂਕ ਦੂੰਗਾ ਸਾਰਾ ਜੱਗ ਨਹੀਂ, ਮੈਂ ਲੋਕਾਂ ਉੱਤੇ ਟੈਂਕ ਚਾੜ ਦੂੰ। ਜੇ ਆ ਗਿਆ ਏ ਗੁੱਸਾ, ਜੇ ਆ ਗਿਆ ਏ ਗੁੱਸਾ ਤੇਰੇ ਯਾਰ ਨੂੰ, ਮੈਂ ਤੋਪ ਨਾਲ ਬੰਦੇ ਮਾਰ ਦੂੰ, ਬੰਦੇ ਮਾਰ ਦੂੰ, ਬੰਦੇ ਮਾਰ ਦੂੰ। ਜੇ ਮੈਂ ਚੱਕ ਲਿਆ ਨਾ ਝਾੜੂ ਤੇਰੀ ਪੁੱਤ ਸਵਾ ਦੂੰ, ਤੇਰੀ ਪੁੱਤ ਸਵਾ ਦੂੰ। ਓ ਦੀਪੀ, ਓਏ ਇਹ ਤਾਂ ਇੱਕ ਗੀਤ ਆ, ਐਂਟਰਟੇਨਮੈਂਟ। ਉਹ ਤੂੰ ਤਾਂ ਐਵੇਂ ਹੀ ਸੀਰੀਅਸ ਲੈ ਗਈ। ਆਹ ਜਿਹੜਾ ਗੰਦ ਤੂੰ ਸੁਣਦਾ ਰਹਿਣਾ ਤੇ ਦੂਜਾ ਆਹ ਬੱਗੀ ਜਾਨਾ ਤੇ ਤੀਜਾ ਆਹ ਪਾਈ ਜਾਨਾ। ਜੇ ਮੈਂ ਚੱਕ ਲਿਆ ਨਾ ਝਾੜੂ ਇਹ ਤਿੰਨੇ ਹੀ ਹੁੰਝ ਦੇਣੇ ਆ। ਕਦੇ ਕੋਈ ਕੰਮ ਧੰਦਾ ਵੀ ਕਰ ਲਿਆ ਕਰ। ਆ ਬਾਪੂ ਵਿਚਾਰਾ ਸਵੇਰ ਦਾ ਖੇਤਾਂ ਨੂੰ ਗਿਆ ਹੋਇਆ। ਜਾ ਵੀਰੇ ਤੂੰ ਮੱਝਾਂ ਨੂੰ ਪਾਣੀ ਪਿਆ ਦੇ। ਉਹ ਮੱਝਾਂ ਨੂੰ ਪਾਣੀ, ਉਹ ਮੈਂ ਓਏ ਐਮਏ ਬੀਐਡ ਟੈਟ ਪਾਸ ਨਾ, ਹੁਣ ਮੱਝਾਂ ਨੂੰ ਪਾਣੀ ਪਿਆਉ? ਤੂੰ ਜਰਾ ਸੋਚ ਕੇ ਗੱਲ ਕਰਿਆ ਕਰ। ਓਏ ਆ ਦਿਮਾਗ ਤੋਂ ਕੰਮ ਲੈ। ਵੀਰੇ ਮੱਝਾਂ ਨੂੰ ਪਾਣੀ ਮੈਂ ਪਿਆ ਦਿੰਨੀ ਆ। ਓਏ ਆ ਕੀਤੀ ਆ ਨਾ ਮੇਰੀ ਸਿਆਣੀ ਭੈਣ ਵਾਲੀ ਗੱਲ। ਜਾ ਦੀਪੀ, ਜਾ ਕੇ ਨਾ ਮੱਝਾਂ ਨੂੰ ਪਾਣੀ ਪਿਆ ਕੇ ਆ, ਤੇ ਆਉਂਦੀ ਹੋਈ ਨਾ ਇੱਕ ਗਲਾਸ ਸ਼ਿਕੰਜਵੀ ਦਾ ਬਣਾ ਲਿਆਈ। ਆਹਾ ਜਾ ਦੀਪੀ। ਆ ਚੱਕ ਝਾੜੂ, ਆਹ ਸਾਰਾ ਵਿਹੜਾ ਸਾਫ਼ ਕਰ ਦੇ। ਮੇਰੇ ਆਉਂਦੇ ਤਾਈ ਨਾ ਐਨ ਸਾਫ਼ ਹੋਵੇ। ਲੈ ਫੜ। ਮੱਝਾਂ ਨੂੰ ਹੀ ਪਾਣੀ ਪਿਆ ਦਿੰਨਾ। ਕਰਦੀ ਕੀ ਆ ਲੰਬੜਦਾਰਾਂ ਦੀ ਬੁੜੀ ਜੀ। ਓਏ ਆ ਕੂੜਾ ਖਿੰਡਿਆ ਪਿਆ, ਆ ਵੀ ਸਾਫ਼ ਕਰਦੀ। ਬਾਬਲ ਦੇ ਵਿਹੜੇ ਅੰਬੀ ਦਾ ਬੂਟਾ, ਅੰਬੀ ਨੂੰ ਬੂਰ ਪਿਆ ਵੇ ਬਾਬਲਾ, ਅੰਬੀ ਨੂੰ ਬੂਰ ਪਿਆ। ਉਹ ਦੀਪੀ ਪੁੱਤ, ਉਹ ਪੁੱਤ ਬਾਬਲ ਤੋਂ ਕਾਦੀ ਸੰਗ, ਉਰੇ ਆ ਮੇਰਾ ਪੁੱਤ। ਬਾਪੂ ਜੀ ਪੁੱਤ ਮੈਨੂੰ ਖਿਆਲ ਹੈ ਆਪਣੀ ਧੀ ਦੀਆਂ ਚਾਵਾਂ ਤੇ ਸਦਰਾਂ ਦਾ, ਪਰ ਕੀ ਕਰਾਂ ਪੁੱਤ, ਘਰ ਦੀ ਕਬੀਲਦਾਰੀ ਨਾ ਸਿਰ ਚੁੱਕਣ ਨਹੀਂ ਦਿੰਦੀ। ਹੁਣ ਤੈਨੂੰ ਤਾਂ ਪਤਾ ਹੀ ਹੈ ਪੁੱਤ, ਪਹਿਲਾਂ ਤੇਰੀ ਭੂਆ ਦੇ ਵਿਆਹ ਵੇਲੇ ਕਰਜ਼ਾ ਫੜ ਲਿਆ, ਤੇ ਬਾਅਦ ਵਿੱਚ ਤੇਰੀ ਮਾਂ ਦੀ ਬਿਮਾਰੀ ਨੇ ਤਾਂ ਘਰ ਦਾ ਬੂਹਾ ਹੀ ਦੂਏ ਪਾਸੇ ਲਾਤਾ। ਹੁਣ ਤਾਂ ਪੁੱਤ ਤੇਰੇ ਭਰਾ ਤੇ ਹੀ ਆਸਾਂ ਨੇ, ਉਹ ਛੇਤੀ ਛੇਤੀ ਬਾਹਰ ਜਾਊਗਾ, ਡਾਲਰ ਕਮਾਉਣ ਲੱਗੂਗਾ, ਫੇਰ ਮੈਂ ਆਪਣੀ ਧੀ ਰਾਣੀ ਦਾ ਵਿਆਹ ਕਰੂੰ ਗੱਜ ਵੱਜ ਕੇ। ਤੂੰ ਫਿਕਰ ਨਾ ਕਰਿਆ ਕਰ ਪੁੱਤ। ਬਾਪੂ ਜੀ ਤੁਸੀਂ ਹੁਣ ਤਾਂ ਖੇਤ ਚੋਂ ਆਏ ਹੋ, ਥੱਕ ਗਏ ਹੋਵੋਗੇ। ਤੁਸੀਂ ਬੈਠੋ, ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਂਦੀ ਹਾਂ। ਉਹ ਪੁੱਤ ਜੱਟ ਜ਼ਿਮੀਦਾਰ ਨਹੀਂ ਥੱਕਦਾ ਹੁੰਦਾ। ਓਏ ਐਵੇਂ ਤਾਂ ਨਹੀਂ ਕਿਸੇ ਸਿਆਣੇ ਵਿਦਵਾਨ ਨੇ ਕਿਹਾ ਵੀ ਜੱਟਾ ਤੇਰੀ ਜੂਨ ਬੁਰੀ, ਹਲ ਛੱਡ ਕੇ ਚਰੀ ਨੂੰ ਜਾਣਾ। ਚੱਲ ਲੈ ਆ ਤੂੰ ਪਾਣੀ। ਕੋਈ ਨਾ, ਉਹ ਸੱਚ ਉਹ ਕਿੱਧਰ ਉਜੜਿਆ ਹੋਇਆ ਅੱਜ? ਓਏ ਅਸੀਂ ਅੱਜ ਦੇ ਰਾਜੇ ਆ, ਸਾਡਾ ਪਤਾ ਨਹੀਂ ਕੱਲ ਦਾ, ਡਾਲਰਾਂ ਵਾਂਗੂ ਨੀ ਨਾਮ ਸਾਡਾ ਚੱਲਦਾ। ਓ ਡਾਲਰਾਂ ਵਾਂਗੂ ਨੀ ਨਾਮ ਸਾਡਾ ਚੱਲਦਾ। ਉਹ ਚੁੱਪ ਕਰ, ਬਹਿ ਜਾ ਟੱਕੇ। ਆਖੇ ਅਸੀਂ ਅੱਜ ਦੇ ਰਾਜੇ ਆ, ਪਤਾ ਨਹੀਂ ਕੱਲ ਦਾ। ਆ ਬੂਥੀ ਵੇਖੋ ਰਾਜੇ ਦੀ ਯਾਰ। ਉਹ ਬਹਿ ਜਾ ਟੱਕੇ, ਵੱਡਾ ਰਾਜਾ। ਓ ਬਾਪੂ ਜੀ, ਹਾਂ। ਅੱਜ ਨਾ ਮੈਂ ਘਰ ਦੇ ਸਾਰੇ ਕੰਮ ਕਰਤੇ। ਅੱਛਾ। ਆਹ ਦੇਖੋ ਬਾਪੂ ਜੀ, ਇੱਥੇ ਤੁਹਾਨੂੰ ਕਿਤੇ ਮਿੱਟੀ ਦੀ ਨਹੀਂ ਆ ਬਾਪੂ ਜੀ। ਨਾ ਇਹ ਸਾਰੀ ਸਫਾਈ ਨਾ ਬਾਪੂ ਜੀ ਇਹਨੇ ਕੀਤੀ ਆ। ਫਿਰ ਤੂੰ ਕਾਹਨੂੰ ਕਾਟੋ ਵਾਂਗੂ ਪੂਛ ਚੱਕੀ ਹੋਈ ਹੈ? ਸਫਾਈ ਸਾਰੀ ਇਹਨੇ ਕੀਤੀ ਹੈ, ਤੂੰ ਐਵੇਂ ਕਾਟੋ ਵਾਂਗੂ ਪੂਛ ਚੱਕੀ ਫਿਰਦਾ ਹੈ। ਉਹ ਪੁੱਤ ਦੀਪੀ ਹਾਂਜੀ ਬਾਪੂ। ਐਂ ਕਰ, ਜਿੰਨੇ ਚਿਰ ਤੂੰ ਐਂ ਕਰ, ਨਾਲ ਦੀ ਨਾਲ ਰੋਟੀ ਵੀ ਪਾਈ ਲਿਆ, ਫਿਰ ਮੈਂ ਖੇਤ ਗੇੜਾ ਮਾਰ ਕੇ ਆਉਣਾ। ਨਾਲੇ ਜਿੰਨੇ ਚਿਰ ਨੂੰ ਨਾ ਤੂੰ ਰੋਟੀ ਪਾਉਣੀ ਹੈ, ਮੈਂ ਉਧਰ ਡੰਗਰਾਂ ਵੱਲ ਗੇੜਾ ਮਾਰ ਕੇ ਆਉਣਾ, ਦੇਖ ਕੇ ਆਉਣਾ ਆ ਨਵਾਬ ਨੇ ਅੱਜ ਦੇ ਰਾਜੇ ਨੇ ਉੱਥੇ ਕੀ ਸਫਾਈ ਕੀਤੀ ਹੈ, ਪਤਾ ਤਾਂ ਲੱਗੇ ਉੱਥੇ ਕੀ ਕੰਮ ਕਰਕੇ ਆਇਆ, ਦੇਖ ਕੇ ਆਉਣਾ ਮੈਂ। ਹੋਇਆ ਠੀਕ ਆ ਬਾਪੂ। ਵੀਰੇ ਜਦੋਂ ਤੂੰ ਘਰ ਦੇ ਕੰਮਾਂ 'ਚ ਹੱਥ ਵਟਾਉਣਾ ਨਾ, ਮੈਨੂੰ ਬਹੁਤ ਚੰਗਾ ਲੱਗਦਾ। ਬਾਪੂ ਨੂੰ ਵੀ ਲੱਗਦਾ। ਆ ਬਚਪਨ ਵਿੱਚ ਬਾਪੂ ਨੇ ਆਪਾਂ ਨੂੰ ਕਿੰਨੀਆਂ ਮੁਸ਼ਕਿਲਾਂ ਨਾਲ ਪਾਲਿਆ। ਉਹ ਤੈਨੂੰ ਬਚਪਨ ਦੇ ਦਿਨ ਯਾਦ ਆ? ਆ ਬਚਪਨ 'ਚ ਤੂੰ ਮੇਰਾ ਕਿੰਨਾ ਤੇ ਉਹ ਕਰਦਾ ਸੀ।
ਪਰ ਹੁਣ ਤਾਂ ਤੂੰ ਜਮਾ ਹੀ ਨਹੀਂ ਕਰਦਾ। ਹੋਏ ਕਰਦਾ, ਤੈਨੂੰ ਕਿਹਨੇ ਕਹਤਾ ਨਹੀਂ ਕਰਦਾ? ਹੋਇਆ ਹੋ ਦੀਪੀ, ਉਹ ਤੈਨੂੰ ਯਾਦ ਆ ਜਦੋਂ ਲੰਬੜਦਾਰਾਂ ਦੇ ਬਾਹਰਲੇ ਘਰੇ ਆਪਾਂ ਅਮਰੂਦ ਤੋੜਨ ਗਏ ਸੀ? ਬਈ ਤੂੰ ਮੈਨੂੰ ਕਿਹਾ ਕਿ ਵੀਰੇ ਮੇਰਾ ਨਾ ਪੱਕੇ ਪੱਕੇ ਅਮਰੂਦ ਖਾਣ ਨੂੰ ਜੀ ਕਰਦਾ। ਉਹ ਮੈਂ ਅਮਰੂਦ ਤੋੜਨ ਲਈ ਟਾਣੇ ਤੇ ਚੜ ਗਿਆ, ਉਹ ਟਾਣਾ ਉੱਤੋਂ ਟੁੱਟ ਗਿਆ ਤੇ ਮੈਂ ਧੜਾਮ ਕਰਦਾ ਗੋਬਰ ਗੈਸ ਵਾਲੀ ਕੁੰਡ ਵਿੱਚ ਜਾ ਡਿੱਗਿਆ ਸੀ। ਓਏ ਤੂੰ ਤਾਂ ਸਾਰਾ ਹੀ ਲਿਬੜ ਗਿਆ ਸੀ। ਓਏ ਹੋਰ ਕੀ, ਓਏ ਤੂੰ ਮੈਨੂੰ ਦੇਖ ਕੇ ਰੌਲਾ ਪਾਉਣਾ ਸ਼ੁਰੂ ਕਰਤਾ। ਤੇਰਾ ਰੌਲਾ ਸੁਣ ਕੇ ਲੰਬੜਦਾਰਾਂ ਦੀ ਬੁੜੀ ਨਾ ਖੁੰਡੀ ਲੈ ਕੇ ਆ ਗਈ। ਉਹ ਤੂੰ ਸਾਰੇ ਪਿੰਡ ਚ ਅੱਗੇ ਤੇ ਮੈਂ ਤੇਰੇ ਪਿੱਛੇ ਪਿੱਛੇ। ਓਏ ਸਾਰਾ ਪਿੰਡ ਘਰਾਂ ਤੋਂ ਬਾਹਰ ਨਿਕਲਿਆ ਆਇਆ ਸੀ ਤੇ ਉਧਰ ਗੁਰਦਾਰੇ ਵਾਲੇ ਭਾਈ ਸਾਹਿਬ ਨੇ ਅਨਾਉਂਸਮੈਂਟ ਕਰਤੀ ਬਈ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਆ ਆਪੋ ਆਪਣੇ ਨਿਆਣਿਆਂ ਨੂੰ ਲੈ ਕੇ ਘਰਾਂ 'ਚ ਵੜ ਜਾਓ। ਓਏ ਪਿੰਡ 'ਚ ਛਲੇਟਾ ਫਿਰਦਾ ਆ 4 ਦਿਨ ਤੇਰੇ ਚੋਂ ਗੋਹੇ ਦਾ ਮੁਸ਼ਕ ਤਾਂ ਗਿਆ ਨਹੀਂ ਸੀ। ਓਏ ਬਹਿ ਜਾ ਕਰ ਟੱਕੇ। ਓਏ ਛਿੱਟੇ ਤਾਂ ਤੇਰੇ ਮੂੰਹ ਤੇ ਵੀ ਪਏ ਸੀ। ਓਏ ਸਵਾਦ ਤਾਂ ਤੂੰ ਵੀ ਦੇਖਿਆ ਹੀ ਹੋਣਾ। ਆ ਪਿੰਡ ਦੇ ਜਵਾਕ ਤੈਨੂੰ ਹੁਣ ਤੱਕ ਤਾਂ ਛਲੇਡਾ ਕਹਿੰਦੇ ਆ। ਹਾਂ ਛਲੇਡਾ ਜਿਹਾ। ਓਏ ਤੈਨੂੰ ਕਿੰਨੀ ਵਾਰ ਆਖਿਆ ਮੇਰਾ ਨਾਂ ਛਲੇਡਾ ਨਹੀਂ ਹੈਗਾ, ਮੇਰਾ ਨਾਂ ਜੱਗਾ। ਹਾਂ ਛਲੇਡਾ ਬਾਂਦਰੀ ਛਲੇਡਾ ਬਾਂਦਰੀ। ਛਲੇਡਾ ਤੈਨੂੰ ਕਿਹਾ ਨਾ ਮੇਰਾ ਨਾਂ ਜੱਗਾ, ਕਹਿ ਜੱਗਾ। ਜੱਗਾ। ਹਾਂ ਚੰਗਾ ਵੀਰੇ, ਜੱਗਾ ਹੀ ਐ ਤੂੰ, ਪਰ ਤੈਨੂੰ ਮੇਰੀ ਇੱਕ ਗੱਲ ਮੰਨਣੀ ਪਊ। ਆ ਜਿਹੜੇ ਗੰਦੇ ਜਿਹੇ ਗੀਤ ਤੂੰ ਸੁਣਦਾ ਨਾ, ਮੈਨੂੰ ਜਮਾ ਹੀ ਚੰਗੇ ਨਹੀਂ ਲੱਗਦਾ। ਦੀਪੀ ਇਹ ਤਾਂ ਨਾ ਮੈਂ ਉਹੀ ਸੁਣਦਾ, ਆ ਨੌਕਰੀ ਨਹੀਂ ਨਾ ਮਿਲਦੀ, ਟੈਨਸ਼ਨ ਜੀ ਰਹਿੰਦੀ ਆ। ਆ ਟੈਨਸ਼ਨ ਦੂਰ ਕਰਨ ਲਈ ਓਏ ਫਨ ਸ਼ਨ ਕਰਨ ਲਈ ਸੁਣਦਾ। ਹਾਂ ਵੀਰੇ, ਆਹ ਤੇਰੀ ਟੈਨਸ਼ਨ ਦੂਰ ਕਰਨ ਲਈ ਨਾ ਮੈਂ ਕਿਤਾਬ ਲਿਆਂਦੀ ਆ। ਓਏ ਆਹ ਇੰਨੀ ਮੋਟੀ। ਵੀਰੇ ਮੇਰੇ ਕਹੇ ਤੇ ਇੱਕ ਵਾਰ ਪੜ ਲਾ। ਵੈਸੇ ਮੇਰਾ ਜੀ ਤਾਂ ਕਰਦਾ ਨਹੀਂ, ਤੂੰ ਬਾਹਲਾ ਕਹਿੰਦੀ ਆ ਤਾਂ ਮੈਂ ਪੜ ਲੂੰਗਾ। ਉਹ ਦੀਪੀ ਪੁੱਤ, ਓਏ ਹੁਣੇ ਆ ਤੈਨੂੰ ਮੈਂ ਇੱਕ ਗੱਲ ਦੱਸਾਂ। ਹਾਂਜੀ ਬਾਪੂ ਜੀ। ਓਏ ਅੱਜ ਜਦੋਂ ਹੁਣ ਮੈਂ ਆ ਡੰਗਰਾਂ ਵਾਲੇ ਬਾੜੇ ਗਿਆ, ਕੀ ਗੱਲ ਉਹ ਪਿਓ ਦੀ ਕੋਈ ਗੱਲ ਵੀ ਨਹੀਂ ਕਰ ਸਕਦੇ? ਚੱਲ ਉਧਰ ਹੋ। ਕੀ ਹੋਇਆ ਬਾਪੂ? ਬਈ ਉੱਥੇ ਡੰਗਰਾਂ ਵਾਲੇ ਬਾੜੇ ਸਫਾਈ ਕੀਤੀ ਹੋਈ ਸੀ ਕੁਛ। ਹਾਂ ਫਰਸ਼ ਸਾਰੇ ਧੋਏ ਹੋਏ ਸੀ, ਮੱਝਾਂ ਨਵਾਈਆਂ ਹੋਈਆਂ, ਸੰਨੀ ਕੀਤੀ ਹੋਈ, ਸਾਰਾ ਕੰਮ ਟਿਚਨ ਪਿਚਨ ਕੀਤਾ ਹੋਇਆ ਸੀ ਇਸ ਛਲੇਡੇ ਨੇ। ਬਾਪੂ ਜੀ ਤੁਹਾਨੂੰ ਕਿੰਨੀ ਵਾਰ ਕਿਹਾ ਕਿ ਮੇਰਾ ਨਾਂ ਛਲੇਡਾ ਨਹੀਂ ਹੈਗਾ। ਬਾਪੂ ਹੁਣ ਮੈਂ ਵੱਡਾ ਹੋ ਗਿਆ, ਮੇਰਾ ਨਾਂ ਜੱਗਾ। ਉਹ ਚੰਗਾ ਬਈ, ਹੁਣ ਤੂੰ ਵੱਡਾ ਹੋ ਗਿਆ, ਹੁਣ ਅਸੀਂ ਤੈਨੂੰ ਛਲੇਡਾ ਨਹੀਂ ਕਹਿੰਦੇ ਛਲੇਡਾ ਬਸ। ਬਾਪੂ ਜੀ ਤੁਸੀਂ ਐਵੇਂ ਵੀਰੇ ਨੂੰ ਛਲੇਡਾ ਕਹੀ ਜਾਂਦੇ ਹੋ। ਪਹਿਲਾਂ ਕਹਿੰਦੇ ਸੀ ਛਲੇਡਾ, ਹੁਣ ਥੋੜੋ ਕਹਿੰਦੇ ਆ ਛਲੇਡਾ। ਉਹ 4 ਵਾਰ ਛਲੇਡਾ ਕਹਿਤਾ, ਅਖੇ ਪਹਿਲਾਂ ਕਹਿੰਦੇ ਸੀ ਛਲੇਡਾ। ਉਹ ਚੰਗਾ ਬਾਬਾ ਯਾਰ, ਤੈਨੂੰ ਕਹਤਾ ਨਹੀਂ ਕਹਿੰਦੇ ਛਲੇਡਾ ਤਾਂ ਨਹੀਂ ਕਹਿੰਦੇ ਛਲੇਡਾ ਬਸ। ਬਾਪੂ ਜੀ ਬਾਂਦਰੀ ਛਲੇਡਾ। ਓਏ ਖਬਰਦਾਰ ਜੇ ਮੇਰੀ ਧੀ ਨੂੰ ਕੁਛ ਕਿਹਾ ਤਾਂ ਉਹ ਬੱਸ ਕਰ ਕੁੜੀਏ, ਹੁਣ ਤੂੰ ਵੀ ਜਾ ਰੋਟੀ ਪਾ ਲਿਆ। ਓਏ ਜੇ ਐਂ ਘਰ ਦੇ ਕੰਮ ਚੰਗੀ ਤਰ੍ਹਾਂ ਦਿਲਚਸਪੀ ਲੈ ਕੇ ਕਰੇ ਤਾਂ ਕਿੰਨਾ ਮਾਣ ਵਧੇ ਮੇਰਾ, ਕਿੰਨਾ ਹੌਸਲਾ ਹੋਵੇ ਮੈਨੂੰ। ਛਿੱਤਰ ਮਾਰੂ ਲਾ ਕੇ ਸਾਲਾ ਪੰਜਾਬ ਦੇ ਭੁੱਖੇ ਲੀਡਰਾਂ ਨੂੰ ਹਰ ਵੇਲੇ ਮੰਗਣ ਤੇ ਹੀ ਹੈ। ਉਹ ਤੈਨੂੰ ਰੋਟੀ ਖਾਣ ਜੋਗਾ ਵੀ ਨਹੀਂ ਛੱਡਣਾ ਸਕੀਮਾਂ ਸਰਕਾਰ ਦੀਆਂ। ਉਹ ਚਾਲਬਾਜ਼ ਸਰਕਾਰਾਂ ਕਿੱਥੇ ਲੱਗਦੀਆਂ ਨੇ ਸਰ, ਇਹ ਤਾਂ ਗੋਲੀਆਂ ਨੇ ਸਰਮਾਏਦਾਰ ਦੀਆਂ। ਉਹ ਤੈਨੂੰ ਰੋਟੀ ਖਾਣ ਜੋਗਾ ਵੀ ਨਹੀਂ ਛੱਡਣਾ ਸਕੀਮਾਂ ਸਰਕਾਰ ਦੀਆਂ, ਸਕੀਮਾਂ ਸਰਕਾਰ ਦੀਆਂ। ਸਤਿ ਸ੍ਰੀ ਅਕਾਲ ਚਾਚਾ। ਓਏ ਸਤਿ ਸ੍ਰੀ ਅਕਾਲ ਬਈ, ਸਤਿ ਸ੍ਰੀ ਅਕਾਲ। ਓਏ ਆ ਜਾਓ ਬਈ, ਆ ਜਾਓ ਪ੍ਰਧਾਨੋ। ਅੱਜ ਤਾਂ ਕੀੜੀ ਦੇ ਘਰ ਨਰੈਣ ਪਧਾਰੇ ਨੇ, ਉਹ ਵੀ ਇੱਕ ਨਹੀਂ ਦੋ ਇਕੱਠੇ। ਆ ਜਾਓ ਬਹਿ ਜਾਓ ਯਾਰ। ਓ ਯਾਰ ਚਾਚਾ, ਉਹ ਨਰੈਣ ਵਾਲੀ ਤਾਂ ਕਿਹੜੀ ਗੱਲ ਆ ਯਾਰ, ਅਸੀਂ ਤਾਂ ਤੈਨੂੰ ਸੁਨੇਹਾ ਲਾਉਣ ਆਏ ਸੀ। ਐਂ ਤਾਂ ਚਾਚਾ ਤੈਨੂੰ ਵੀ ਮਾੜਾ ਮੋਟਾ ਪਤਾ ਹੀ ਹੋਣਾ ਵੀ ਆਪਣੀਆਂ ਕਿਸਾਨ ਜਥੇਬੰਦੀਆਂ ਨੇ ਦਿੱਲੀ 'ਚ ਪੱਕਾ ਮੋਰਚਾ ਲਾਇਆ ਹੋਇਆ। ਯਾਰ ਚਾਚਾ ਆਪਣੇ ਪਿੰਡ ਦੇ ਮੁੰਡਿਆਂ ਨੇ ਫੈਸਲਾ ਕੀਤਾ ਵੀ ਆਪਾਂ ਜਾਣਾ ਪਰਸੋਂ ਨੂੰ, ਤੇ ਟਾਈਮ ਰੱਖ ਲਿਆ 11 ਵਜੇ। ਟਰਾਲੀ ਵੀ ਬਿਲਕੁਲ ਤਿਆਰ ਆ। ਯਾਰ ਚਾਚਾ ਐਤਕੀ ਤੂੰ ਵੀ ਸਾਡੇ ਨਾਲ ਜਾਣਾ ਹੈ। ਉਹ ਭਤੀਜ ਹਾਂ ਬਈ ਐ ਤਾਂ ਮੈਨੂੰ ਵੀ ਪਤਾ ਵੀ ਕਿਸਾਨ ਜਥੇਬੰਦੀਆਂ ਨੇ
ਧਰਨਾ ਲਾਇਆ ਹੋਇਆ ਹੈ ਤੇ ਜਾਣਾ ਵੀ ਚਾਹੀਦਾ ਹੈ। ਹਾਂ ਪਰ ਭਤੀਜ ਹੁਣ ਤੂੰ ਕਹੇਗਾ ਵੀ ਚਾਚਾ ਮੈਨੂੰ ਦੇਖ ਕੇ ਬਹਾਨੇ ਬਣਾਉਂਦਾ ਹੈ। ਪਰ ਭਤੀਜ ਐਤਕੀ ਨਾ ਮੈਂ ਪਹਿਲਾਂ ਹੀ ਪ੍ਰੋਗਰਾਮ ਵਿੱਢੀ ਬੈਠਾ। ਓਏ ਓਏ ਇਹ ਵੀ ਭੂਆ ਦੇ ਪਿੰਡ ਜਾਣਾ ਹੈ ਭੰਮੀਪੁਰੇ। ਪ੍ਰਾਹੁਣਾ ਥੋੜਾ ਜਿਹਾ ਤੰਗ ਕਰਦਾ ਕੁੜੀ ਨੂੰ, ਉਹਨੂੰ ਸਮਝਾ ਕੇ ਆਉਣਾ। ਉਹਨਾਂ ਨੇ ਐਡੀ ਗੱਲ ਨਹੀਂ ਹੈ ਪ੍ਰਧਾਨ, ਬਸ ਜਰਾ ਕਿ ਸਮਝਾਉਣਾ ਹੀ ਹੈ। ਕੋਈ ਨਹੀਂ, ਐ ਵਾਰੀ ਵੀ ਤੁਸੀਂ ਮੈਨੂੰ ਮਾਫੀ ਦੇ ਦਿਓ, ਫਿਰ ਅਗਲੀ ਵਾਰ ਮੈਂ ਦੇਖ ਲੂੰਗਾ। ਹਾਂ ਯਾਰ ਚਾਚਾ ਨਾ ਓਏ ਸਾਡੇ ਮੂਹਰੇ ਹੱਥ ਨਾ ਜੋੜਿਆ ਕਰ। ਐ ਤਾਂ ਚੱਲ ਕੋਈ ਗੱਲ ਨਹੀਂ, ਤੂੰ ਆਪਦੀ ਮਜਬੂਰੀ ਦੱਸਦਾ। ਪਰ ਯਾਰ ਚਾਚਾ ਜੇ ਐਤੀ ਗੱਲ ਬਾਲੀ ਕਹਾ ਨਾ ਵਧੀ ਹੁੰਦੀ ਯਾਰ ਅਸੀਂ ਤੈਨੂੰ ਜ਼ੋਰ ਪਾ ਕੇ ਕਹਿਣਾ ਹੀ ਨਹੀਂ ਸੀ। ਉਹ ਚਾਚਾ ਐਤਕੀ ਤਾਂ ਅਗਲੇ ਨੇ ਪੂਰੀ ਤਿਆਰੀ ਕਰ ਲਈ ਤੇਰੀ ਜ਼ਮੀਨ ਤੇ ਕਬਜ਼ਾ ਕਰਨ ਦੀ। ਹੁਣ ਤੂੰ ਆਪਣੇ ਖੇਤ ਦੇ ਵਿੱਚ ਮਾਲਕ ਬਣ ਕੇ ਨਹੀਂ, ਕੰਪਨੀ ਦਾ ਮਜ਼ਦੂਰ ਬਣ ਕੇ ਕੰਮ ਕਰੇਗਾ। ਮਜ਼ਦੂਰ ਉਹ ਯਾਰ ਐ ਕਿਵੇਂ ਕਰ ਲੈਣਗੇ ਜ਼ਮੀਨ ਤੇ ਕਬਜ਼ਾ? ਜ਼ਮੀਨ ਕਿਸਾਨ ਦੀ ਮਾਂ ਹੁੰਦੀ ਹੈ, ਬਾਬੇ ਨਾਨਕ ਨੇ ਵੀ ਕਿਹਾ ਹੈ, ਮਾਤਾ ਧਰਤ ਮਹਤ। ਐ ਕਿਵੇਂ ਕਰ ਲੈਣਗੇ ਕਬਜ਼ਾ ਯਾਰ? ਐ ਕਿਵੇਂ ਕਰ ਲੈਣਗੇ? ਲੈ ਫਿਰ ਤੂੰ ਸੁਣ ਲੈ ਚਾਚਾ, ਕਿਵੇਂ ਕਰ ਲੈਣਗੇ? ਚਾਚਾ ਮਿੰਟ ਲੱਗਣੇ 2। ਹੁਣ ਤੂੰ ਬਹਿ ਜਾ ਕਰ ਸ਼ਾਂਤ ਹੋ ਕੇ। ਲੈ ਵੀ ਚਾਚਾ ਅਗਲਿਆਂ ਨੇ 3 ਕਾਲੇ ਕਾਨੂੰਨ ਬਣਾ ਲਏ। ਅਗਲੇ ਕਹਿੰਦੇ ਵੀ ਪਹਿਲੀ ਗੱਲ ਤਾਂ ਇਹ ਆ ਵੀ ਸਰਕਾਰੀ ਖਰੀਦ ਮੰਡੀ ਕਰਤੀ ਆਪਾਂ ਖਤਮ, ਜਾਣੀ ਕਿ ਤੁਹਾਡੀ ਜਿਣਸ ਦਾ ਘੱਟੋ ਘੱਟ ਸਮਰਥਨ ਮੁੱਲ ਕਰਤਾ ਖਤਮ। ਉਹ ਤੁਹਾਨੂੰ ਕਰਤਾ ਇੱਥੋਂ ਦੀਆਂ ਤੇ ਵਿਦੇਸ਼ਾਂ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ ਦੇ ਹਵਾਲੇ। ਉਹ ਤੁਹਾਡੀ ਸੋਨੇ ਵਰਗੀ ਆ ਪੁੱਤਾਂ ਵਾਂਗੂ ਪਾਲੀ ਹੀ ਫਸਲ ਨੂੰ ਕੌਡੀਆਂ ਦੇ ਭਾਅ ਖਰੀਦ ਕੇ ਲੈ ਕੇ ਜਾਣਗੇ ਵਪਾਰੀ, ਤੇ ਜਿੱਦਣ ਸਾਨੂੰ ਲੋੜ ਹੋਈ ਮੁੜ ਕੇ ਚੌਗਲੇ ਰੇਟਾਂ ਤੇ ਲਿਆ ਕੇ ਫਿਰ ਸਾਨੂੰ ਵੇਚਣਗੇ। ਫਿਰ ਚਾਚਾ ਤੈਨੂੰ ਇਉਂ ਲੱਗੂਗਾ ਵੀ ਇਹਨਾਂ ਵਪਾਰੀਆਂ ਨੂੰ ਕੌਡੀਆਂ ਦੇ ਭਾਅ ਵੇਚਣ ਦਾ ਕੀ ਫਾਇਦਾ, ਕੋਈ ਹੋਰ ਸਕੀਮ ਲਾ ਲੈਨੇ ਆ। ਲੈ ਫਿਰ ਤੇਰੇ ਲਈ ਅਗਲਿਆਂ ਨੇ ਨਵੀਂ ਸਕੀਮ ਵੀ ਘੜਤੀ, ਕੰਟਰੈਕਟ ਫਾਰਮਿੰਗ। ਕੰਟਰੈਕਟ ਫਾਰਮਿੰਗ? ਓਏ ਆਹੋ, ਜਾਨੀ ਕਿ ਠੇਕੇ ਤੇ ਖੇਤੀ। ਉਹ ਵੱਡੀਆਂ ਵੱਡੀਆਂ ਕੰਪਨੀਆਂ ਆਉਣਗੀਆਂ ਤੇ ਤੁਹਾਡੀ ਜ਼ਮੀਨ ਦਾ ਠੇਕਾ ਚੱਕਣਗੀਆਂ ਪੂਰੇ 15 ਸਾਲ ਦਾ ਲਿਖਤੀ ਐਗਰੀਮੈਂਟ। ਨਾਲੇ ਤੈਨੂੰ ਪਤਾ ਕੀ ਲਾਲਚ ਦੇਣਗੀਆਂ? ਲੈ ਵੀ ਜਕਸਿਆ ਤੈਨੂੰ ਮਾਮਲਾ ਮੈਨੂੰ ਸਾਲ ਦਾ ਕਿੱਲੇ ਦਾ ₹1 ਰੁਪਈਆ। ਲੱਖ ਰੁਪਈਆ ਮਾਮਲਾ? ਹੋਰ ਕਿਹੜੇ ਲੱਖ ਰੁਪਈਆ ਸੁਣ ਕੇ ਤਾਂ ਮਿੰਟ 'ਚ ਸਾਈਨ ਕਰ ਦੇਣੇ ਆ। ਕਿਵੇਂ ਨਾ ਕਿਵੇਂ ਕੰਪਨੀ ਵਾਲੇ ਤੈਨੂੰ ਪਹਿਲੇ ਸਾਲ ਤਾਂ ਚੱਲ ਲੱਖ ਰੁਪਈਆ ਦੇ ਵੀ ਦੇਣਗੇ, ਮੜ ਕੇ ਦੂਏ ਸਾਲ ਤੈਨੂੰ ਦੇਣਗੇ 20,000। 20,000 ਸਿਰਫ? ਹਾਂ ਤੇਰੀ ਭਜਨੇ ਲੜਾਈ ਵਿਆਹ ਕੀ ਗੱਲ ਹੋ ਗਈ? ਗੱਲ ਹੋਈ ਸੀ ਲੱਖ 'ਚ ਲੱਖ ਦਿਓ 20 ਕਾਹਦਾ? ਉਹਨਾਂ ਦੀ ਕੰਪਨੀ ਦਾ ਮੈਨੇਜਰ ਬੂਥੀ ਬਿੰਗੀ ਜੀ ਕਰਕੇ ਪਤਾ ਕੀ ਆਖੂ, ਯਾਰ ਜਕਸਿਆ ਸਾਡੀ ਕੰਪਨੀ ਨੂੰ ਨਾ ਘਾਟਾ ਜਿਹਾ ਪੈ ਗਿਆ, ਅਸੀਂ ਨਾ ਲੱਖ ਨਹੀਂ ਦੇ ਸਕਦੇ, 20 ਦੇ ਸਕਦੇ ਆ, ਜੇ ਤੂੰ ਲੈਣਾ ਲੈ ਲੈ, ਨਹੀਂ ਲੈਣਾ ਨਾ ਸੀ। ਤੂੰ ਚਾਚਾ ਘਰੇ ਗੱਲ ਕਰੇਗਾ ਵੀ ਕੰਪਨੀ ਵਾਲੇ ਤਾਂ ਬੜੇ ਚਲਿੱਤਰ ਜਿਹਾ ਕਰਦੇ ਆ। ਗੱਲ ਹੋਈ ਸੀ ਲੱਖ 'ਚ ਲੱਖ ਨਹੀਂ ਦਿੰਦੇ, 20 ਨਾਲ ਸਾਰਦੇ ਆ। ਆਹ ਦੇਖ ਤੇਰੇ ਥੋੜੇ ਪਾੜੇ, ਇਹਨਾਂ ਦੋਵੇਂ ਪਾੜਿਆਂ ਨੇ ਤੈਨੂੰ ਦੇ ਦੇਣੀਆਂ ਮੱਤ। ਲੈ ਵੀ ਬਾਪੂ ਕਿੱਡੀ ਗੱਲ ਆ, ਆਪਾਂ ਪਾ ਦਿੰਦੇ ਅਦਾਲਤ ਦੇ ਵਿੱਚ ਕੇਸ, ਆਹ ਕੰਪਨੀ ਵਾਲੇ ਭੱਜੀ ਫਿਰਨਗੇ। ਪਰ ਤੂੰ ਗਾਹਾਂ ਦੀ ਵੀ ਗੱਲ ਸੁਣ ਲੈ ਚਾਚਾ, ਐਡੇ ਕੱਚੇ ਨਹੀਂ ਅਗਲੇ। ਅਗਲਿਆਂ ਨੇ ਗਾਹਾਂ ਇੱਕ ਹੋਰ ਕਾਨੂੰਨ ਬਣਾ ਲਿਆ। ਉਹ ਕਹਿੰਦੇ ਕਿਸਾਨ ਜ਼ਮੀਨ ਦੇ ਸੰਬੰਧ 'ਚ ਜੇ ਰੌਲਾ ਪੈ ਜੇ ਤਾਂ ਕਿਸੇ ਵੀ ਅਦਾਲਤ ਦੇ ਵਿੱਚ ਜਾ ਹੀ ਨਹੀਂ ਸਕਦਾ। ਹਾਂ ਉਹ ਵੱਧ ਤੋਂ ਵੱਧ ਐਸਡੀਐਮ ਡੀਸੀ ਮੂਹਰੇ ਸ਼ਿਕਾਇਤ ਕਰ ਸਕਦਾ। ਭਲਾ ਤੂੰ ਮੈਨੂੰ ਗੱਲ ਦੱਸ ਚਾਚਾ ਵੀ ਉਹ ਐਸਡੀਐਮ ਜਾਂ ਡੀਸੀ ਉਹ ਤੇਰੇ ਵਰਗੇ ਮਾਤੜ ਬੰਦੇ ਦੀ ਗੱਲ ਸੁਣੂ ਕਿ ਕਰੋੜਾਂ ਦੀ ਮਾਲਕ ਕੰਪਨੀ ਦੀ ਗੱਲ ਸੁਣੂ? ਇੱਥੇ ਵੀ ਤੂੰ ਹਰ ਗਿਆ ਨਾ। ਫਿਰ ਤੇਰੇ ਦਿਲ 'ਚੋਂ ਵੀ ਖੇੜਾ ਕਿਵੇਂ ਛੜਾਈਏ? ਕੰਪਨੀ ਤੋਂ ਜ਼ਮੀਨ ਤਾਂ ਵਾਪਸ ਲੈਣੀ ਹੋਈ ਆ ਹੁਣ। ਤੇਰੇ ਦਿਮਾਗ 'ਚ ਆਜੂ ਵੀ ਐ ਕਰਦੇ ਆ ਆਪਾਂ, ਹਾਂ ਕਰਾਰ ਕਰ ਦਿੰਦੇ ਆ ਕੈਂਸਲ, ਮੇਰੀ ਜ਼ਮੀਨ ਮੇਰੇ ਕੋਲੇ। ਕਰੇਗਾ ਨਾ ਤੂੰ, ਕਹੇਗਾ ਓਏ ਮੈਨੇਜਰਾ ਚੱਲ ਬਾਹਰ, ਮੇਰਾ ਖੇਤ ਆ ਮੈਂ ਰੱਖ ਲਿਆ, ਕਰਾਰ ਕੈਂਸਲ। ਉਹ ਤੈਨੂੰ ਤੇਰੇ ਖੇਤ 'ਚ ਖੜੇ ਨੂੰ ਉਹੀ ਮੈਨੇਜਰ ਆ ਬਿੰਗਾ ਜਾ, ਫਿਰ ਤੈਨੂੰ ਧੌਣ ਤੋਂ ਫੜ ਲੂ ਤੇ ਧੱਕਾ ਦੇ ਕੇ ਬਾਹਰ ਸਿੱਟੂ। ਨਾਲੇ ਪਤਾ ਕੀ ਆਖੂ, ਓਏ ਜਕਸਿਆ ਚੁੱਪ ਕਰਕੇ ਉਹੀ ਕੰਮ ਕਰੀ ਚੱਲ ਜੋ ਕੰਪਨੀ ਕਹਿੰਦੀ ਆ, ਖਬਰਦਾਰ ਜੇ ਮੁੱਕਰਿਆ ਤਾਂ ਆਹ ਦੇਖ ਲਿਖਤੀ ਐਗਰੀਮੈਂਟ ਪੂਰੇ 15 ਸਾਲ ਦਾ, ਐ ਕਿਵੇਂ ਮੁੱਕਰ ਜੇਗਾ?
ਚਾਚਾ ਇੰਨੀ ਗੱਲ ਸੁਣ ਕੇ ਫਿਰ ਤੂੰ ਆਪਦੇ ਖੇਤ ਦਾ ਮਾਲਕ ਰਹਿ ਗਿਆ ਤੇ ਕੰਪਨੀ ਦਾ ਮਜ਼ਦੂਰ। ਤੀਜੀ ਗੱਲ ਸੁਣ ਲੈ ਚਾਚਾ, ਉਹ ਕਹਿੰਦੇ ਆ ਖਾਣ ਪੀਣ ਵਾਲੀ ਜ਼ਰੂਰੀ ਚੀਜ਼ਾਂ ਉਹ ਵਪਾਰੀ ਹੁਣ ਜਿੰਨੀਆਂ ਮਰਜ਼ੀ ਜਮਾ ਕਰ ਲਵੇ, ਉਹਨਾਂ ਨੂੰ ਕੋਈ ਰੋਕ ਟੋਕ ਨਹੀਂ। ਨਾ ਫੇਰ ਕੀ ਹੋ ਜੂ? ਉਹ ਫਿਰ ਇਹੀ ਵਪਾਰੀ ਕੰਪਨੀਆਂ ਉਹ ਬਾਜ਼ਾਰਾਂ ਵਿੱਚ ਓਏ ਇਹਨਾਂ ਚੀਜ਼ਾਂ ਦੀ ਉਹ ਨਕਲੀ ਤੋੜ ਪੈਦਾ ਕਰਕੇ ਓਏ ਆਪਾਂ ਨੂੰ ਮਹਿੰਗੇ ਮੁੱਲ ਤੇ ਵੇਚਣਗੇ, ਜਿਹਦੇ ਨਾਲ ਉਹ ਗਰੀਬ ਬੰਦੇ ਦਾ ਨਿਕਲ ਜੂ ਕੰਜ਼ੂਮਰ। ਹੋਰ ਕਿਵੇਂ ਹੋ ਜੂ ਯਾਰ ਸਾਰਾ ਕੁਝ? ਐਵੇਂ ਮੈਨੂੰ ਟੈਨਸ਼ਨ ਦੇਈ ਜਾਂਦੇ ਹੋ, ਬਲੱਡ ਵਧਾਈ ਜਾਂਦੇ ਹੋ ਮੇਰਾ। ਐ ਕਿੱਦਾਂ ਹੋ ਜੂ ਯਾਰ ਸਾਰਾ ਕੁਝ? ਬਾਪੂ ਜੀ ਤੁਸੀਂ ਨਾ ਐਵੇਂ ਟੈਨਸ਼ਨ ਨਾ ਲਓ, ਨਾਲੇ ਨਾ ਜੁਨੀਅਰ ਵਾਲਿਆਂ ਦਾ ਤਾਂ ਕੰਮ ਹੀ ਹੁੰਦਾ ਉਹੀ ਬੋਲੀ ਜਾਣਾ ਬਸ। ਓਏ ਯਾਰ ਛੋਟੇ ਭਾਈ, ਓ ਯਾਰ ਅਸੀਂ ਉਹੀ ਬੋਲਦੇ ਆ। ਓ ਛੋਟੇ ਭਾਈ ਅਸੀਂ ਉਹੀ ਨਹੀਂ ਬੋਲਦੇ, ਜੇ ਕੋਈ ਗੱਲ ਹੈਗੀ ਆ ਨਾ ਤਾਂ ਹੀ ਜਾ ਕੇ ਲੋਕਾਂ ਨੂੰ ਸਮਝਾਉਨੇ ਆ। ਨਾਲੇ ਆ ਗੱਲ ਤਾਂ ਹੁਣ ਸਾਰੇ ਲੋਕਾਂ ਨੂੰ ਪਤਾ ਲੱਗ ਗਈ ਵੀ ਜੇ ਆਪਣੀ ਜ਼ਮੀਨ ਬਚਾਉਣੀ ਆ ਉਹ ਕੱਲੇ ਕਿਸਾਨਾਂ ਨੂੰ ਨਹੀਂ, ਕਿਸਾਨਾਂ ਦੇ ਨਾਲ ਨੌਜਵਾਨਾਂ ਨੂੰ, ਮਜ਼ਦੂਰਾਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਪੈਣਾ। ਉਹ ਨਾਲੇ ਚਾਚਾ ਹੁਣ ਤਾਂ ਜਥੇਬੰਦੀ ਨੇ ਵੀ ਐਲਾਨ ਕਰਤਾ ਸੰਘਰਸ਼ ਦੇ ਮੈਦਾਨ 'ਚ ਜਾ ਕੇ। ਓਏ ਗੱਲ ਸੁਣ ਲਓ ਪੁਲਿਸ ਵਾਲਿਓ ਭਰਾਵੋ, ਤੁਸੀਂ ਵੀ ਸਾਡੇ ਵਿੱਚੋਂ ਹੀ ਹੋ, ਸਾਡੇ ਘਰਾਂ ਦੇ ਧੀਆਂ ਪੁੱਤ। ਇਸ ਲਈ ਹੁਣ ਤੁਸੀਂ ਇਹਨਾਂ ਹਾਕਮਾਂ ਨਾਲ ਖੜਨਾ ਬੰਦ ਕਰੋ, ਓਏ ਆਪਣੇ ਲੋਕਾਂ ਨਾਲ ਆ ਕੇ ਖੜੋ। ਤੇ ਦੂਈ ਗੱਲ ਵੀ ਸੁਣ ਲਓ, ਹੁਣ ਆਪਦੇ ਵਾਲੀ ਡਾਂਗ ਨਾ ਹੁਣ ਸਾਡੇ ਤੇ ਜਰਾ ਸੋਚ ਸਮਝ ਕੇ ਚਲਾਇਓ, ਕਿਉਂਕਿ ਹੁਣ ਜਥੇਬੰਦੀ ਡਾਂਗਾ ਖਾਣ ਨਹੀਂ ਆਈ, ਹੁਣ ਡਾਂਗਾ ਘਰੋਂ ਚੱਕ ਕੇ ਨਾਲ ਵੀ ਲੈ ਕੇ ਆਈ ਆ। ਕਿਉਂ ਉਹ ਭਤੀਜੋ? ਹਾਂ ਚਾਚਾ, ਇਹ ਤਾਂ ਗੱਲ ਯਾਰ ਤੁਹਾਡੀ ਸਹੀ ਹੈ, ਪਰ ਸੰਘਰਸ਼ ਵਿੱਚ ਲੋੜ ਹੈਗੀ ਹੈ ਨੌਜਵਾਨਾਂ ਦੀ। ਹਾਂ ਤੁਸੀਂ ਨੌਜਵਾਨ ਮੂਹਰੇ ਲੱਗੇ ਹੋਏ ਹੋ, ਉਹ ਫਿਰ ਸਾਡੇ ਬੁੜਿਆਂ ਤੋਂ ਉੱਥੇ ਕੀ ਕਰਾਉਣਾ ਯਾਰ? ਓ ਯਾਰ ਚਾਚਾ, ਓਏ ਜੋਸ਼ ਦੇ ਨਾਲ ਹੋਸ਼ ਕਿੰਨਾ ਜ਼ਰੂਰੀ ਹੁੰਦਾ। ਚਾਚਾ ਤੂੰ ਚੱਲ ਯਾਰ। ਉਹ ਭਤੀਜੋ ਹਾਂ ਚਾਚਾ, ਇੱਕ ਗੱਲ ਹੋਰ ਪੁੱਛਾਂ, ਗੁੱਸਾ ਤਾਂ ਨਹੀਂ ਕਰਦਾ? ਉਹ ਨਾ ਤੇਰੀ ਕਿਹੜੀ ਗੱਲ ਦਾ ਗੁੱਸਾ ਯਾਰ। ਭਤੀਜੋ ਹਾਂ ਉਹ ਯਾਰ ਤੁਸੀਂ ਦੇਖ ਲਓ ਹੁਣ ਕਰੋਨਾ ਦੀ ਕਿੱਡੀ ਵੱਡੀ ਮਹਾਮਾਰੀ ਫੈਲੀ ਹੋਈ ਹੈ, ਹਾਂ ਤੇ ਤੁਸੀਂ ਉੱਥੇ ਇੰਨੀ ਮਲੱਖ ਇਕੱਠੀ ਕੀਤੀ ਹੋਈ ਹੈ। ਜੇ ਇੱਕ ਦਿਨ ਕਰੋਨਾ ਪੈ ਗਿਆ ਸਾਰੇ ਮਾਰੇ ਜਾਣਗੇ, ਉਹ ਫਿਰ ਕੀ ਕਰੋਗੇ? ਓ ਚਾਚਾ, ਕਰੋਨਾ ਸਿਰਫ ਇੱਕ ਬਿਮਾਰੀ ਆ, ਉਹ ਕੋਈ ਮਹਾਮਾਰੀ ਨਹੀਂ ਹੈਗੀ। ਇਸ ਕਰੋਨਾ ਬਿਮਾਰੀ ਨੂੰ ਮਹਾਮਾਰੀ ਦਾ ਨਾਂ ਦੇ ਕੇ ਹੀ ਆ ਤੇਰੀਆਂ ਲੋਕ ਦੁਖੀ ਸਰਕਾਰਾਂ ਨੇ ਤੇਰੀ ਜ਼ਮੀਨ ਹੜੱਪਣ ਦੇ ਕਾਨੂੰਨ ਬਣਾ ਲਏ। ਉਹ ਬਾਕੀ ਯਾਰ ਤੂੰ ਮੇਰੇ ਮੂੰਹੋਂ ਕੀ ਸੁਣਦਾ? ਉੱਥੇ ਚੱਲ ਪੱਕੇ ਮੋਰਚੇ 'ਚ ਵੱਡੇ ਵੱਡੇ ਲੀਡਰਾਂ ਦੇ ਵਿਚਾਰ ਸੁਣ, ਤੈਨੂੰ ਸਾਰੀ ਗੱਲ ਸਪਸ਼ਟ ਹੋ ਜੂ, ਸਪਸ਼ਟ। ਚੱਲ ਉਹ ਭਤੀਜ ਹਾਂ। ਇੰਨਾ ਜ਼ੋਰ ਯਾਰ ਕਾਹਤੋਂ ਪਾਈ ਜਾਣਾ ਯਾਰ? ਕੱਲੇ ਦੇ ਕੱਲੇ ਬੰਦੇ ਦੇ ਜਾਣ ਜਾਂ ਨਾ ਜਾਣ ਨਾਲ ਕੋਈ ਫਰਕ ਤਾਂ ਪੈਂਦਾ ਨਹੀਂ। ਹੁਣ ਤੂੰ ਦੇਖ ਲੈ, ਜੇ ਮੈਂ ਕੱਲਾ ਸੰਘਰਸ਼ ਵਿੱਚ ਚਲਾ ਗਿਆ ਤਾਂ ਮੋਦੀ ਨੇ ਡਰ ਕੇ ਕਾਨੂੰਨ ਵਾਪਸ ਨਹੀਂ ਲੈ ਲੈਣੇ, ਜੇ ਮੈਂ ਨਾ ਗਿਆ ਤਾਂ ਚੰਬੜ ਕੇ ਛੇਤੀ ਲਾਗੂ ਨਹੀਂ ਕਰ ਦੇਣੇ। ਇਸ ਕਰਕੇ ਭਰਾਵਾ ਕੱਲੇ ਤੋਂ ਕੱਲੇ ਬੰਦੇ ਦੇ ਜਾਣ ਜਾਂ ਨਾ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ। ਚਾਚਾ ਹਾਂ ਹੁਣ ਮੈਂ ਇੱਕ ਗੱਲ ਆਖਾਂ, ਹਾਂ ਗੁੱਸਾ ਤਾਂ ਨਹੀਂ ਕਰਦਾ? ਨਾ ਭਤੀਜ, ਤੇਰੀ ਕਿਸੇ ਗੱਲ ਦਾ ਮੈਂ ਗੁੱਸਾ ਨਹੀਂ ਕਰਦਾ। ਚਾਚਾ ਆ ਧਰਨੇ ਤੇ ਨਾ ਜਾਣ ਵਾਲੀ ਗੱਲ ਜਿਹੜੀ ਤੂੰ ਹੁਣੇ ਕੀਤੀ ਆ ਨਾ, ਓ ਯਾਰ ਤੇਰੇ ਮੂੰਹੋਂ ਜਮਾਂ ਹੀ ਨਹੀਂ ਜੱਚ। ਕਿਉਂ ਭਤੀਜ? ਓ ਚਾਚਾ ਤੂੰ ਯਾਦ ਕਰ ਆਪਣੇ ਵੱਡੇ ਭਾਈ ਨੂੰ, ਓਏ ਸਾਡੇ ਤਾਏ ਨੂੰ, ਸਰਦਾਰ ਰੌਣਕ ਸਿੰਘ ਨੂੰ। ਬਈ ਕਿਆ ਕੁਰਬਾਨੀ ਕੀਤੀ ਸੀ ਯਾਰ ਬੰਦੇ ਨੇ, ਹੈਂ? ਉਹ ਭਤੀਜ ਭਾਈ ਰੌਣਕ ਸਿੰਘ ਦਾ ਬੇੜਾ ਹੋਰ ਸੀ। ਉਹ ਇੱਕ ਵਾਰੀ ਘਰੋਂ ਤੁਰ ਗਿਆ ਨਾ ਤਾਂ ਤੁਰ ਗਿਆ ਬਸ। ਓਏ ਹੁਣ ਨਹੀਂ ਤੁਰਿਆ ਜਾਂਦਾ ਭਤੀਜ, ਉਹ ਕਬੀਲਦਾਰੀ ਕਿਉਂਟਣੀ ਪੈਂਦੀ ਐ। ਬਹੁਤ ਮੁਸ਼ਕਲ ਆ ਹੁਣ ਘਰੋਂ ਬਾਹਰ ਨਿਕਲਣਾ ਯਾਰ। ਓ ਯਾਰ ਚਾਚਾ ਕਬੀਲਦਾਰੀ ਵੀ ਤਾਂ ਆਪਾਂ ਤਾਂ ਹੀ ਕਿਉਂਟਾਂਗੇ ਨਾ ਜੇ ਆਪਾਂ ਕਿਉਂਟਣ ਜੋਗੇ ਬਚੇ। ਤੂੰ ਚੱਲ ਯਾਰ, ਕਿੱਡੀ ਗੱਲ ਆ। ਓਏ ਆ ਜਾ ਚਾਚਾ ਆ ਜਾ, ਓ ਚੱਲ। ਉਹ ਤੂੰ ਬੱਸ ਕਰ ਯਾਰ ਬਾਈ, ਤੂੰ ਚੱਲ ਯਾਰ ਲਈ ਆ। ਹੁਣ ਤੁਹਾਨੂੰ ਇੰਨੀ ਗੱਲ ਦਾ ਪਤਾ ਤੁਸੀਂ ਟੱਕਰ ਕਿੰਨਾ ਨਾ ਲਈ ਆ? ਓਏ ਅਗਲਿਆਂ ਨੇ ਤੁਹਾਨੂੰ ਮਿੰਟਾਂ 'ਚ ਓਏ ਮਿੱਟੀ 'ਚ ਮਿਲਾ ਕੇ ਰੱਖ ਦੇਣਾ, ਮਿੱਟੀ 'ਚ। ਉਹ ਨਾਲੇ ਮੈਨੂੰ ਇੱਕ ਗੱਲ ਦੱਸੋ, ਆ ਤੁਹਾਡੇ ਇਹਨਾਂ ਧਰਨਿਆਂ ਦਾ ਕਦੇ ਕੋਈ ਫਾਇਦਾ ਹੋਇਆ? ਉਹੀ ਬਸ। ਉਹ ਬਾਈ ਫਾਇਦਾ? ਓਏ ਫਾਇਦਾ ਕਿਉਂ ਨਹੀਂ ਹੈਗਾ? ਓਏ ਇਹੀ ਧਰਨੇ ਤਾਂ ਸਦਾ ਜਿੱਤ ਦੇ ਝੰਡੇ ਗੱਡਦੇ ਆ।
ਓਏ ਤੈਨੂੰ ਪਤਾ ਨਹੀਂ ਉਹ ਜਦ ਕਿਸਾਨ ਆਗੂ ਉਹ ਮਨਜੀਤ ਨੇਰ ਜੀ ਨੂੰ ਝੂਠੇ ਕਤਲ ਕੇਸ 'ਚ ਓਏ ਸਜ਼ਾ ਹੋਈ ਸੀ ਉਦੋਂ ਇਹੀ ਧਰਨੇ ਬਰਨਾਲਾ ਜੇਲ੍ਹ ਮੂਹਰੇ ਪੂਰੇ 45 ਦਿਨ ਲੱਗੇ ਰਹੇ ਆ 45 ਦਿਨ ਉਹ ਇਸੇ ਧਰਨਿਆਂ ਕਰਕੇ ਹੀ ਸਰਕਾਰ ਨੂੰ ਉਹਨਾਂ ਦੀ ਸਜ਼ਾ ਰੱਦ ਕਰਨੀ ਪਈ ਸੀ। ਉਹ ਨਾਲੇ ਚਾਚਾ ਇਹ ਤਾਂ ਕਿਸਾਨਾਂ ਤੇ ਮਜ਼ਦੂਰਾਂ ਦੀ ਸਾਂਝੀ ਲੜਾਈ ਹੈ ਤੈਨੂੰ ਤਾਂ ਸਾਡੇ ਨਾਲ ਧਰਨੇ ਤੇ ਜਾਣਾ ਹੀ ਚਾਹੀਦਾ। ਹਾਂ ਉਹ ਚੱਲ ਭਤੀਜ ਕੋਈ ਗੱਲ ਨਹੀਂ, ਜੇ ਤੁਸੀਂ ਬਹੁਤਾ ਕਹਿੰਦੇ ਹੋ ਨਾ ਤਾਂ ਮੈਂ ਕੱਢੂ ਟਾਈਮ ਯਾਰ, ਕੋਈ ਨਾ ਠੀਕ ਹੈ। ਹੁਣ ਨਾ ਰੋਟੀ ਤਿਆਰ ਆ, ਪ੍ਰਸ਼ਾਦਾ ਤਿਆਰ ਆ, ਪ੍ਰਸ਼ਾਦਾ ਛਕ ਕੇ ਜਾਏ। ਨਾ ਨਾ ਚਾਚਾ ਰੋਟੀ ਪ੍ਰਸ਼ਾਦੇ ਦੀ ਕੋਈ ਲੋੜ ਨਹੀਂ। ਉਹ ਚਾਚਾ ਲੋੜ ਹੈਗੀ ਤੇਰੀ, ਬਸ ਤੂੰ ਆ ਜੀ ਧਰਨੇ ਤੇ। ਚੰਗਾ ਫਿਰ ਸਤਿ ਸ੍ਰੀ ਅਕਾਲ। ਓਏ ਆ ਜਾਊਗਾ, ਮੈਂ ਕਹਿੰਦਾ ਛਕ ਜਾਂਦੇ ਰੋਟੀ ਪ੍ਰਸ਼ਾਦਾ। ਉਹ ਤੈਨੂੰ ਰੋਟੀ ਖਾਣ ਜੋਗਾ ਤਾਂ ਨਹੀਂ ਛੱਡਣਾ ਸਕੀਮਾਂ ਸਰਕਾਰ ਦੀਆਂ ਯਾਦ ਰੱਖੀ। ਭਰਾਵੋ ਹੁਣ ਤੁਸੀਂ ਤਾਂ ਛੱਡ ਦੋ 2 ਬੁਰਕੀਆਂ ਖਾਣ ਜੋਗੇ, ਤੁਸੀਂ ਵੀ ਨਹੀਂ ਛੱਡਦੇ। ਉਹ ਚਲੇ ਗਏ? ਹਾਂ ਪੁੱਤ ਚਲੇ ਗਏ। ਮੈਂ ਚਾਹ ਧਰੀ ਸੀ ਉਹਨਾਂ ਲਈ। ਉਹ ਕੋਈ ਨਾ, ਚਾਹ ਫਿਰ ਅਸੀਂ ਪੀ ਲਾਂਗੇ, 2-2 ਗਲਾਸ ਪੀ ਲਾਂਗੇ। ਜਾ ਚੱਕ ਲਿਆ। ਧਰਨੇ ਤੇ ਉਹ ਪੁੱਤ ਇਹ ਤਾਂ ਵਿਹਲੇ ਬੰਦਿਆਂ ਦਾ ਕੰਮ ਆ, ਇਹ ਵਿਹਲੇ ਆ, ਲੱਗੇ ਹੋਏ ਆ, ਲੱਗੇ ਰਹਿਣ ਦੇ। ਆਪਾਂ ਕੋਈ ਵਿਹਲੇ ਆ ਦੱਸ? ਫਿਰ ਤੁਸੀਂ ਝੂਠ ਕਿਉਂ ਬੋਲਿਆ ਕਿ ਤੁਸੀਂ ਭੂਆ ਕੋਲ ਜਾ ਰਹੇ ਹੋ? ਹੋਰ ਮੈਂ ਕੀ ਕਰਦਾ, ਹੋਰ ਮੈਂ ਕੀ ਕਰਦਾ? ਜਦ ਦੋਏ ਜਣੇ ਡਾਂਗਾ ਲੈ ਕੇ ਮੇਰੇ ਸਿਰ ਤੇ ਖੜ ਗਏ, ਚੱਲ ਧਰਨੇ ਤੇ, ਚੱਲ ਧਰਨੇ ਤੇ, ਚੱਲ ਧਰਨੇ ਤੇ। ਮੈਂ ਗਲੋਂ ਲਾਉਣ ਦੇ ਮਾਰੇ ਨੇ ਕਹਿਤਾ ਚੱਲ ਚਲਿਆ ਚੱਲੂ। ਹੋਰ ਮੈਂ ਕੀ ਕਰਦਾ ਪੁੱਤ? ਬਾਪੂ ਜੀ ਉਹ ਵੀਰ ਜੀ ਬਿਲਕੁਲ ਸਹੀ ਕਹਿੰਦੇ ਸੀ, ਆਪਾਂ ਨੂੰ ਰੋਟੀ ਖਾਣ ਜੋਗਾ ਨਹੀਂ ਛੱਡਣਾ। ਨਾ ਤੂੰ ਕਿਉਂ ਬਾਪੂ ਜੀ ਨੂੰ ਉਹ ਪਾਸੇ ਤੋਰਦੀ ਆ? ਤੈਨੂੰ ਚੰਗਾ ਭਲਾ ਪਤਾ ਬਈ ਮੇਰਾ ਬਾਹਰਲਾ ਬਣਦਾ, ਕੱਲ ਨੂੰ ਜੇ ਕੋਈ 19-21 ਗੱਲ ਹੋ ਗਈ ਫੇਰ। ਨਾਲੇ ਬਾਪੂ ਜੀ ਤੁਸੀਂ ਨਾ ਇਹਨੂੰ ਰੋਕਿਆ ਕਰੋ, ਇਹ ਕਾਲਜ ਵਿੱਚ ਉਹ ਜੂਨੀਅਰ ਵਾਲਿਆਂ ਨਾਲ ਫਿਰਦੀ ਹੁੰਦੀ ਆ। ਓਏ ਉਹਨਾਂ ਦਾ ਕੀ ਆ, ਤਾਂ ਵਿਹਲੇ ਹੈਗੇ ਨੇ। ਵੇਲੇ ਕੋਈ ਨਹੀਂ ਵੀਰੇ, ਆਪਣਾ ਟਾਈਮ ਕੱਢਦੇ ਨੇ ਉਹ ਲੋਕਾਂ ਦੇ ਹੱਕਾਂ ਲਈ ਤੇ ਕਿਸਾਨਾਂ ਦੇ ਹੱਕਾਂ ਲਈ। ਤੇ ਤੂੰ ਜਿਹੜੇ ਗਾਇਕਾਂ ਦੇ ਮਗਰ ਤੁਰਿਆ ਫਿਰਦਾ, ਉਹਨਾਂ ਨੇ ਤਾਂ ਨੌਜਵਾਨਾਂ ਦਾ ਬੇੜਾ ਗਰਕ ਕੀਤਾ ਤੇ ਤੇਰੇ ਵਰਗਿਆਂ ਨੂੰ ਦਿੱਤਾ ਫੁਕਰਪੁਣਾ। ਬਾਪੂ ਜੀ ਮੈਂ ਤਾਂ ਤੁਹਾਨੂੰ ਇਹੀ ਕਹੂੰਗੀ ਕਿ ਤੁਹਾਨੂੰ ਜਾਣਾ ਚਾਹੀਦਾ, ਸਗੋਂ ਸਾਰੇ ਟੱਬਰ ਨੂੰ ਨਾਲ ਲੈ ਕੇ ਜਾਣਾ ਚਾਹੀਦਾ। ਉਹ ਪੁੱਤ ਮੈਨੂੰ ਪਤਾ ਹੈ ਮੇਰਾ ਪੁੱਤ ਸਾਰੀਆਂ ਗੱਲਾਂ ਸਹੀ ਕਰਦਾ, ਪਰ ਕੀ ਕਰਾਂ ਪੁੱਤ, ਮੇਰਾ ਤਾਂ ਆਪ ਜੀ ਕਰਦਾ ਵੀ ਮੈਂ ਸੰਘਰਸ਼ਾਂ ਦਾ ਝੰਡਾ ਫੜ ਕੇ ਸਾਰਿਆਂ ਤੋਂ ਮੂਹਰੇ ਜਾ ਬੈਠਾ ਧਰਨੇ 'ਚ। ਪਰ ਪੁੱਤ ਬਾਪੂ ਨੂੰ ਦਿੱਤਾ ਹੋਇਆ ਕੌਲ ਹੀ ਨਾ ਮੇਰਾ ਰਾਹ ਰੋਕ ਲੈਂਦਾ। ਤੇਰਾ ਤਾਇਆ ਰੌਣਕ ਸਿੰਘ ਵੀ ਆਈ ਗਿਆ ਸੀ ਇਹਨਾਂ ਨਾਲ, ਤੇ ਫਿਰ ਉਹ ਕਈ ਸਾਲ ਘਰ ਨਹੀਂ ਮੁੜਿਆ। ਇੱਕ ਦਿਨ ਜਦੋਂ ਉਹ ਘਰ ਆਇਆ ਨਾ ਤਾਂ ਬਾਪੂ ਨੂੰ ਚਾਹ ਚੜ ਗਿਆ, ਪਰ ਉਹ ਅਗਲੇ ਦਿਨ ਹੀ ਫੇਰ ਚਲਾ ਗਿਆ। ਫਿਰ ਉਹ ਕਦੇ ਕਦੇ ਹੀ ਘਰ ਆਉਂਦਾ ਸੀ। ਤੇ ਇੱਕ ਦਿਨ ਪੁੱਤ ਤੇਰੇ ਤਾਏ ਰੌਣਕ ਸਿੰਘ ਦੀ ਲਾਸ਼ ਆਈ ਸੀ ਘਰੇ, ਤਾਂ 70 ਤੇ ਬੈਠੇ ਬਾਪੂ ਨੇ ਮੈਨੂੰ ਦੋਵੇਂ ਹੱਥ ਜੋੜ ਕੇ ਕਿਹਾ ਸੀ, ਪੁੱਤ ਜਗ ਸਿਆ ਜੇ ਤੂੰ ਮੇਰਾ ਪੁੱਤ ਨਾ ਤਾਂ ਤੂੰ ਆਪਣੇ ਭਾਈ ਰੌਣਕ ਸਿੰਘ ਦੇ ਰਾਹ ਤੇ ਨਹੀਂ ਤੁਰੇਗਾ, ਘਰ ਦੀ ਕਬੀਲਦਾਰੀ ਸੰਭੇਗਾ। ਤੇ ਬਸ ਪੁੱਤ ਬਾਪੂ ਨੂੰ ਦਿੱਤਾ ਹੋਇਆ ਕੌਲ ਮੇਰਾ ਰਾਹ ਰੋਕ ਕੇ ਖੜ ਜਾਂਦਾ ਹੈ। ਬਾਪੂ ਜੀ ਉਹ ਵੇਲਾ ਘਰ ਲਈ ਕੁਰਬਾਨੀ ਦਾ ਸੀ, ਆਹ ਵੇਲਾ ਧਰਤੀ ਮਾਂ ਲਈ ਕੁਰਬਾਨੀ ਦਾ ਹੈ। ਓਏ ਠੀਕ ਹੈ ਪੁੱਤ, ਠੀਕ ਹੈ, ਤੇਰੀਆਂ ਸਾਰੀਆਂ ਗੱਲਾਂ ਸਹੀ ਆ, ਕੋਈ ਨਾ ਵਿਚਾਰਾਂਗੇ ਇਸ ਮਸਲੇ ਤੇ ਵੀ ਗੱਲ। ਹੁਣ ਤੂੰ ਐ ਦੱਸ ਵੀ ਤੂੰ ਅੱਜ ਕਾਲਜ ਜਾਣਾ? ਨਹੀਂ ਬਾਪੂ ਜੀ ਅੱਜ ਮੈਂ ਘਰੇ ਹੀ ਹਾਂ। ਅੱਛਾ ਫਿਰ ਤੂੰ ਘਰ ਦੀ ਸਫਾਈ ਕਰਨੀ ਹੋਣੀ ਹੈ, ਚੱਲ ਕਰ ਲੈ ਫਿਰ, ਮੈਂ ਵੀ ਉਧਰ ਖੇਤ ਵੱਲ ਗੇੜਾ ਮਾਰ ਹੀ ਆਵਾਂ ਪੁੱਤ। ਨੇ ਆ ਕੇ ਆਪ ਰੀਬਨ ਕੱਟਣਾ ਦੁਕਾਨ ਦਾ, ਚੱਲ ਚੱਲੀਏ। ਓਏ ਯਾਰ ਮਨਜੀਤ ਤੈਨੂੰ ਚੰਗਾ ਭਲਾ ਪਤਾ ਵੀ ਮੈਨੂੰ ਨਾ ਉਹ ਸਾਲਾ ਅਮਲੀ ਜਿਹਾ ਜਮਾਂ ਹੀ ਚੰਗਾ ਨਹੀਂ ਲੱਗਦਾ। ਓਏ ਇੱਧਰ ਤਾਂ ਜੱਟ ਝੋਟੇ ਦਾ ਫੈਨ ਆ, ਝੋਟੇ ਦਾ। ਓਏ ਜੱਗਾ ਸਿੱਧੂ ਦਾ ਫੈਨ ਆ, ਸਿੱਧੂ ਦਾ। ਉਹ ਮੈਨੂੰ ਪਤਾ ਹੈ, ਉਹ ਤੂੰ ਸਾਲੇ ਉਹ ਭੈੜੀ ਦੀ ਬੂਥੀ ਵਾਲੇ ਦਾ ਫੈਨ ਹੈ। ਬਈ ਨਾ ਉਹਨੂੰ ਚੱਜ ਨਾਲ ਗਾਉਣਾ ਆਉਂਦਾ, ਨਾ ਵਾਸਤਾ, ਨਾ ਸੁਰ, ਨਾ ਤਾਲ, ਐਵੇਂ ਹੀ ਸਾਲਾ ਪਾਟਿਆ ਸਪੀਕਰ।
ਓਏ ਤੂੰ ਫਿਰ ਜਾਣਦਾ ਨਹੀਂ ਜੱਟਾ ਸਿੱਧੂ ਬਾਰੇ। ਓ ਸਿੱਧੂ ਜਦੋਂ ਥਾਪੀ ਮਾਰਦਾ ਨਾ ਪੱਟ ਤੇ ਆ ਤੇਰੇ ਉਸਤਾਦ ਵਰਗੇ ਓਏ ਬੜਕ ਬੜਕ ਉੱਠਦੇ ਆ ਬੜਕ ਬੜਕ। ਓਏ ਤੋੜ ਨਹੀਂ ਜੱਟ ਦਾ ਕੋਈ ਤੋੜ। ਓਏ ਸਿੱਧੂ ਨੂੰ ਮਿਲੀਅਨ ਵਿਊ ਆਉਂਦੇ ਨੇ। ਓਏ ਇੱਥੇ ਫਿਰ ਉਸਤਾਦ ਹੋਰਾਂ ਨੂੰ ਨਾ ਆ ਤੇਰੇ ਮਿਲੀਅਨ ਵਿਊਆਂ ਦੀ ਨਹੀਂ ਲੋੜ। ਓਏ ਤਾਂ ਖਾੜਿਆਂ ਦਾ ਇਕੱਠ ਦੱਸਦਾ ਕੌਣ ਕਿੰਨੇ ਕੁ ਪਾਣੀ ਚ ਮੁਟਿਆਰੇ ਨੀ ਖਾੜਿਆਂ ਦਾ ਇਕੱਠ ਦੱਸਦਾ। ਦੱਸਦਾ ਖਾੜਿਆਂ ਦਾ ਇਕੱਠ। ਓ ਚੱਲ ਤੈਨੂੰ ਮਿਲਾ ਕੇ ਲਿਆਵਾਂ। ਜੇ ਪਹਿਲੀ ਨਜ਼ਰੇ ਉਹਦਾ ਫੈਨ ਨਾ ਹੋ ਗਿਆ ਤਾਂ ਮੇਰਾ ਨਾਂ ਬਦਲਦੀ। ਰਹੀ ਸ਼ਰਤ ਕਿੰਨੇ ਦੀ ਤੂੰ ਦੱਸ। ਓਏ 1 ਮਹੀਨਾ ਬੋਲਟ ਮੈਂ ਰੱਖੂ। ਓ ਚਰਾ ਲਈ ਚਲਿਏ। ਪੱਕੀ ਗੱਲ ਆ। ਚੱਲ ਆ ਚਲੀਏ। ਚੱਲ ਫਿਰ ਬੋਲਟ ਦੇ ਪਟਾਕੇ ਪਾਉਂਦੇ ਜਾਵਾਂਗੇ ਤੇ ਪਟਾਕੇ ਪਾਉਂਦੇ ਆਵਾਂਗੇ। ਸ਼ਰਮ ਕਰ ਲੋ ਸ਼ਰਮ। ਆ ਤੈਨੂੰ ਮੂਸੇ ਵਾਲੇ ਨੇ ਕੁਝ ਨਹੀਂ ਦੇਣਾ ਤੇ ਤੈਨੂੰ ਬੱਬੂ ਮਾਨ ਨੇ। ਆ ਪੰਜਾਬ ਦੀ ਕਿਸਾਨੀ ਤਾਂ ਸਾਰੀ ਸੜਕਾਂ ਤੇ ਆਈ ਪਈ ਆ ਨਾ। ਫੇਰ ਤੈਨੂੰ ਆਹ ਬੁਲਟ ਦੇ ਪਟਾਕੇ ਪਾਉਣ ਦੀ ਪਈ ਆ। ਓਏ ਸਾਡਾ ਟਾਈਮ ਆ ਨਾ। ਜੇ ਹੁਣ ਨਾ ਬੁਲਟ ਦੇ ਪਟਾਕੇ ਪਾਵਾਂਗੇ ਫੇਰ ਕਦੋਂ ਪਾਵਾਂਗੇ? ਇਹ ਜੀ ਜ਼ਬਾਨੀ ਨੂੰ ਰਗੜ ਕੇ ਫੋੜਿਆਂ ਤੇ ਲਾਉਣਾ ਜਿਹੜੀ ਧਰਤੀ ਮਾਂ ਦੇ ਕੰਮ ਹੀ ਨਹੀਂ। ਨਾ ਮੈਂ ਧਰਤੀ ਤੋਂ ਕੀ ਲੈਣਾ। ਇੱਧਰ ਤਾਂ ਜੱਟ ਨੇ ਜਹਾਜ਼ੇ ਚੜ ਕੇ ਕੈਨੇਡਾ ਹਾਏ ਕੈਨੇਡਾ ਚਲਿਆ ਜਾਣਾ। ਤੂੰ ਨਾ ਮੇਰਾ ਦਿਮਾਗ ਨਾ ਖਰਾਬ ਕਰ। ਪਹਿਲਾਂ ਹੀ ਬਹੁਤ ਟੈਨਸ਼ਨ ਰਹਿੰਦੀ ਐ ਇਹਦੇ ਤੇ। ਚੱਲ ਯਾਰ ਚੱਲੀਏ। ਆ ਪੰਜਾਬ ਦੀ ਧਰਤੀ ਆਪਣੇ ਜਵਾਨ ਪੁੱਤਰਾਂ ਨੂੰ ਆਵਾਜ਼ਾਂ ਮਾਰਦੀ ਏ ਬਚਾ ਲਓ ਇਸ ਨੂੰ। ਜੇ ਤੁਸੀਂ ਨਾ ਸਮਝੇ ਤਾਂ ਹਾਕਮ ਆਪਣੀਆਂ ਜ਼ਮੀਨਾਂ ਖੋ ਕੇ ਲੈ ਜਾਣਗੇ। ਆ ਹਾਕਮ ਆਪਣੀਆਂ ਜ਼ਮੀਨਾਂ ਖੋ ਕੇ ਲੈ ਜਾਣਗੇ। ਉਹ ਬੱਸ ਕਰ ਯਾਰ ਤੂੰ ਲੱਗੀ ਰਹਿ ਜਾ ਬਚਾ ਲੈ ਜ਼ਮੀਨਾਂ। ਆ ਚਲੀਏ ਯਾਰ। ਵੀਰੇ ਜੇ ਤੁਸੀਂ ਨਹੀਂ ਲੜੋਗੇ ਤਾਂ ਅਸੀਂ ਲੜਾਂਗੀਆਂ। ਪੰਜਾਬ ਦੀਆਂ ਧੀਆਂ ਅਸੀਂ ਜੂਝਾਂਗੀਆਂ ਰਣ ਤੱਤੇ ਵਿੱਚ ਮਾਈ ਭਾਗੋ ਵਾਂਗ। ਹਾਂ ਵੀਰੇ ਅਸੀਂ ਲੜਾਂਗੀਆਂ। ਬਾਪੂ ਆ ਕੇ ਚੱਕੂਗਾ। ਉਹ ਕਿੱਧਰ ਨੂੰ ਉਧੜਿਆ ਹੁਣ? ਰਾਏਕੋਟ ਗਿਆ ਬਾਪੂ ਜੀ। ਇੱਕ ਤਾਂ ਇਹਨਾਂ ਨੂੰ ਗੇੜੇ ਮਾਰਨ ਤੋਂ ਸਿਵਾ ਹੋਰ ਕੋਈ ਕੰਮ ਹੀ ਨਹੀਂ ਹੈਗਾ। ਚੱਲ ਕੋਈ ਨਹੀਂ ਆਪੇ ਸਮਝਣਗੇ ਜਦੋਂ ਸਿਰ ਤੇ ਪਈ। ਹਲੇ ਤਾਂ ਬਾਪੂ ਦੇ ਸਿਰ ਤੇ ਐਸ਼ਾਂ ਕਰੀ ਜਾਂਦੇ ਆ। ਚੱਲ ਕੋਈ ਨਾ ਪੁੱਤ। ਆਇਆ ਤਾਂ ਨੰਗਿਆ। ਓ ਚਾਚਾ ਘਰੇ ਹੀ ਆ। ਓ ਚਾਚਾ ਸਤਿ ਸ੍ਰੀ ਅਕਾਲ। ਉਹ ਸਤਿ ਸ੍ਰੀ ਅਕਾਲ ਬਈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ। ਉਹ ਸਤਿ ਸ੍ਰੀ ਅਕਾਲ। ਓਏ ਜੱਟਿਆ ਤੂੰ ਨਾ ਬਈ ਘਰੇ ਟੱਕੇ ਬੈਠਿਆ ਕਰ। ਉਹ ਸਵੇਰੇ ਆਇਆ ਸੀ ਹੁਣ ਫਿਰ ਸ਼ਾਮ ਨੂੰ ਨੇਰੇ ਹੋਏ ਆ ਗਿਆ। ਓ ਚਾਚਾ ਕਾਹਨੂੰ? ਉਹ ਅਸੀਂ ਤਾਂ ਸਵੇਰੇ ਤੇਰੇ ਕੋਲ ਗੇੜਾ ਮਾਰ ਗਏ ਸੀ। ਇਹਦਾ ਸੋਮਾ ਤਾਂ ਬੜਾ ਕਹੀ ਜਾਂਦਾ ਸੀ ਕਿ ਆਪਾਂ ਤੇਰੇ ਜੱਗ ਚਾਚੇ ਕੋਲ ਜਾ ਕੇ ਆਉਣਾ। ਉਹ ਮੈਂ ਤਾਂ ਬਥੇਰਾ ਗਿਆ ਕਿ ਬਈ ਤਾਇਆ ਓਏ ਅਸੀਂ ਜਾ ਆਏ। ਉਹ ਇਹ ਕਹਿੰਦਾ ਨਹੀਂ ਕੇਰਾ ਮੈਂ ਆਪਦੇ ਤੌਰ ਤੇ ਜਾ ਕੇ ਆਉਣਾ। ਉਹ ਫੇਰ ਕੀ ਸੀ ਇਹ ਮੈਨੂੰ ਧੱਕੇ ਨਾਲ ਹੀ ਲੈ ਆਏ ਆ। ਓਏ ਆ ਜਾ ਸੁਣਿਆ ਬਹਿ ਜਾ ਮੇਰੇ ਕੋਲੇ। ਬਾਈ ਜਗਤ ਸਿਆ ਅਸੀਂ ਤਾਂ ਤੈਨੂੰ ਧਰਨੇ ਵਾਸਤੇ ਕਹਿਣ ਲਈ ਆਏ ਸੀ। ਮੈਂ ਕਿਹਾ ਮੈਂ ਆਪਦੇ ਵੱਲੋਂ ਵੀ ਕਹਿ ਆਵਾਂ। ਓਏ ਸੋਮਿਆ ਤੂੰ ਕਿਸਾਨਾਂ ਦੇ ਧਰਨੇ ਤੇ ਜਾਣਾ? ਆਹੋ ਕਿਸਾਨਾਂ ਦੇ ਧਰਨੇ ਤੇ ਜਾਣਾ? ਓਏ ਹਾਂ। ਉਹ ਬਹਿ ਜਾ ਟੱਕੇ। ਜ਼ਮੀਨ ਨਾ ਜਾਇਦਾਦ ਤੇਰੇ ਕੋਲੇ ਆ ਰੇੜੇ ਦੇ ਜਿਹੜਾ 400-500 ਰੁਪਇਆ ਕਮਾਉਣਾ ਦਿਹਾੜੀ ਦਾ ਉਹ ਕਮਾਈ ਚੱਲ ਚੁੱਪ ਕਰਕੇ। ਜ਼ਮੀਨ ਨਾ ਜਾਇਦਾਦ ਜਾਣਾ ਇਹਨੇ ਕਿਸਾਨਾਂ ਦੇ ਧਰਨੇ ਤੇ। ਬਹਿ ਟੱਕੇ ਹੋਰ ਹੀ ਗੱਲਾਂ। ਬਾਈ ਜਗਤ ਸਿਆ ਆਹ ਗੱਲ ਤਾਂ ਜਮਾਂ ਹੀ ਸਹੀ ਕਹੀ ਆ। ਜ਼ਮੀਨ ਜਮੂਨ ਤਾਂ ਨਹੀਂ ਹੈਗੀ ਸਾਡੇ ਕੋਲੇ। ਜ਼ਮੀਰ ਜ਼ਰੂਰ ਹੈਗੀ ਆ। ਨਾਲੇ ਬਾਈ ਜਗਤ ਸਿਆ ਤੇਰੇ ਤਾਂ ਯਾਦ ਹੀ ਹੋਣਾ ਜਦੋਂ ਮੇਰੇ ਪਿਓ ਦੀ ਮੌਤ ਹੋਈ ਸੀ ਨਾ ਤਾਂ ਅਸੀਂ ਉਸ ਵੱਡੇ ਜ਼ਗੀਰਦਾਰ ਦੇ ਸੀਰੀ ਰਲੇ ਹੋਏ ਸੀ। ਪਰ ਉਹ ਕੁੱਤਾ ਜ਼ਗੀਰਦਾਰ ਮੇਰੀ ਮਾਂ ਤੇ ਮੈਲੀ ਅੱਖ ਰੱਖਦਾ ਸੀ। ਉਸ ਔਖੇ ਵੇਲੇ ਤੁਸੀਂ ਸਾਡਾ ਜੰਮ ਕੇ ਸਾਥ ਦਿੱਤਾ ਸੀ। ਫਿਰ ਹੁਣ ਸਾਡਾ ਵੀ ਫਰਜ਼ ਬਣਦਾ ਅਸੀਂ ਵੀ ਤੁਹਾਡੇ ਨਾਲ ਮੋਢਾ ਲਾ ਕੇ ਖੜੀਏ। ਨਾਲੇ ਬਾਈ ਜਗਤ ਸਿਆ ਜੇ ਕਿਸਾਨੀ ਰੁਲ ਗਈ ਤਾਂ ਮੇਰੇ ਵਰਗੇ ਮਜ਼ਦੂਰ ਤਾਂ ਨਾਲ ਹੀ ਰੁਲ ਗਏ। ਓਏ ਸੋਮਿਆ ਉਹ ਭਾਵਕ ਨਾ ਹੋ ਯਾਰ। ਆਪਣੀ ਭਰਾਵਾਂ ਵਾਲੀ ਸਾਂਝ ਆ। ਨਾਲੇ ਸਾਡਾ ਕੀ ਮੁਕਾਬਲਾ ਕਰਨਾ ਉਸ ਕੁੱਤੇ ਜ਼ਗੀਰਦਾਰ ਨਾਲ। ਆਪਾਂ ਤਾਂ ਭਾਈ ਆ। ਨਾਲੇ ਸਾਡਾ ਤਾਂ ਫਰਜ਼ ਬਣਦਾ ਸੀ ਉਸ ਵੇਲੇ ਉਸ ਔਖੇ ਵੇਲੇ ਤੁਹਾਡੀ ਮਦਦ ਕਰਨ ਦਾ। ਤੇ ਫਿਰ ਹੁਣ ਸਾਡਾ ਵੀ ਤਾਂ ਫਰਜ਼ ਬਣਦਾ ਅਸੀਂ ਵੀ ਤੁਹਾਡੇ ਨਾਲ ਮੋਢਾ ਜੋੜ ਕੇ ਖੜੀਏ। ਨਾਲੇ ਬਾਈ ਜਗਤ ਸਿਆ ਮੈਂ ਤਾਂ ਆਪਣੇ 10 ਨੌਹਾਂ ਦੀ ਕਿਰਤ ਕਮਾਈ ਚੋਂ
10ਵਾਂ ਦਸਵੰਧ ਵੀ ਕੱਢ ਕੇ ਲੈ ਕੇ ਆਇਆ, ਧਰਨੇ ਤੇ ਜਾ ਕੇ ਦੇ ਕੇ ਆਵਾਂਗੇ। ਉਹ ਸੋਮਿਆ, ਤੂੰ ਕਿਸਾਨਾਂ ਦੇ ਧਰਨੇ ਤੇ ਆਪਣੀ ਕਮਾਈ ਵਿੱਚੋਂ ਦਸਵੰਧ ਦੇ ਕੇ ਆਏਗਾ? ਆਹੋ। ਉਹ ਬੱਲੇ ਬਈ ਸੋਮਿਆ, ਉਹ ਜੰਟਿਆ ਹਾਂ ਚਾਚਾ। ਮੋਰਚਾ ਫਤਿਹ ਹੋਇਆ ਸਮਝ। ਫਤਿਹ ਆ ਫਤਿਹ। ਉਹ ਜੇ ਸੋਮੇ ਵਰਗੇ ਬੰਦੇ ਦਸਵੰਧ ਪਾਉਣ ਲੱਗੇ ਉਸ ਧਰਨੇ 'ਚ, ਫਿਰ ਤਾਂ ਫਤਿਹ ਹੋਣਾ ਹੀ ਆ। ਪਰ ਯਾਰ ਇੱਕ ਗੱਲ ਹੈ। ਹਾਂ ਚਾਚਾ, ਕੀ ਹੋ ਗਿਆ? ਜੰਟਿਆ, ਤੈਨੂੰ ਪਤਾ ਹੈ ਉੱਥੇ ਕਿੰਨੀ ਪੁਲਿਸ ਲੱਗੀ ਹੋਈ ਹੈ? ਪਤਾ ਚਾਚਾ। ਤੇ ਫਿਰ ਜੇ ਪੁਲਿਸ ਨੇ ਉੱਥੇ ਲਾਠੀ ਚਾਰਜ ਕਰ ਦਿੱਤਾ ਤੇ 4 ਡਾਂਗਾਂ ਸਿੱਟੀਆਂ ਸੋਮੇ ਦੇ ਗਿੱਟਿਆਂ ਗੋਡਿਆਂ ਤੇ ਇਹਦੇ ਗੋਡੇ ਗਿੱਟੇ ਤਾਂ ਉੱਥੇ ਹੀ ਖੁੱਲ ਜਾਣੇ ਆ, ਉੱਥੇ ਹੀ ਖਿਲਰ ਜਾਣੇ ਆ। ਕੌਣ ਇਕੱਠੇ ਕਰੂ ਇਹਨੂੰ? ਤਾਂ ਭੱਜਦੇ ਨੂੰ ਰਾਹ ਨਹੀਂ ਫੇਉਣਾ। ਆਹ ਕਿਹੜੀ ਗੱਲ ਕਰਤੀ ਬਾਈ ਜਗਤ ਸਿੰਘ ਤੈਂ? ਉਹ ਯਾਰ ਅਸੀਂ ਭੱਜਣ ਭੁੱਜਣ ਵਾਲਿਆਂ ਦੀ ਕੌਮ 'ਚ ਨਹੀਂ ਹੈ। ਸਾਡਾ ਇਤਿਹਾਸ ਪੜ੍ਹ ਕੇ ਦੇਖ ਲਈ ਕਦੇ? ਚਾਚਾ, ਓਏ ਅਸੀਂ ਉਸ ਕੌਮ ਵਿੱਚੋਂ ਆ ਜਿਹਨੇ ਗੁਰੂ ਤੇਗ ਬਹਾਦਰ ਸ਼ੀਸ਼ ਚਾਂਦਨੀ ਚੌਂਕ ਤੋਂ ਅਨੰਦਪੁਰ ਸਾਹਿਬ ਲਿਆਂਦਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਗਲਵੱਕੜੀ ਲਾ ਕੇ ਰੰਗਰੇਟੇ ਗੁਰੂ ਕੇ ਬੇਟੇ ਹੋਣ ਦਾ ਮਾਣ ਬਖਸ਼ਿਆ ਸੀ ਤੇ ਚਮਕੌਰ ਦੀ ਗੜੀ ਦੇ ਵਿੱਚ ਇੱਕਾਂ ਡਾ ਕੇ ਲੜੇ ਸੀ ਬਾਬਾ ਸੰਗਤ ਸਿੰਘ ਦੇ ਰੂਪ ਵਿੱਚ। ਅਸੀਂ ਭੱਜਣ ਭੁੱਜਣ ਵਾਲੇ ਵਿੱਚੋਂ ਨਹੀਂ ਆ। ਓਏ ਨਾਲੇ ਚਾਚਾ, ਇਹ ਤਾਂ ਕਿਸਾਨਾਂ ਤੇ ਮਜ਼ਦੂਰਾਂ ਦੀ ਹੁਣ ਪੱਕੀ ਜੋਟੀ ਪੈ ਗਈ, ਹੁਣ ਇਹ ਆਪਾਂ ਟੁੱਟਣ ਨਹੀਂ ਦੇਣੀ। ਉਹ ਚੰਗਾ ਭਰਾਵੋ, ਨਾ ਟੁੱਟਣ ਦਿਓ। ਕੋਈ ਨਾ, ਮੈਂ ਤਾਂ ਉਹੀ ਕਹਿ ਦਿੱਤਾ ਸੀ। ਹੁਣ ਦੁੱਧ ਪਾਣੀ ਤਿਆਰ ਆ, ਛੱਕ ਕੇ ਜਾਇਓ। ਉਹ ਨਾ ਚਾਚਾ, ਉਧਰੋਂ ਯੂਨੀਅਨ ਵਾਲੇ ਫੋਨ ਆਈ ਜਾਂਦੇ ਆ। ਚੱਲ ਤਾਂ ਚੱਲੀਏ। ਉਹ ਮੈਂ ਕਿਹਾ ਘੁੱਟ ਛੱਕ ਜਾਂਦੇ। ਚੰਗਾ ਬਾਈ, ਆਉਣਾ ਜ਼ਰੂਰ ਧਰਨੇ ਤੇ। ਉਹ ਕੋਈ ਗੱਲ ਨਹੀਂ, ਆਉਂਗਾ। ਸਹੀ ਗੱਲ। ਚੰਗਾ ਬਈ। ਲੈ, ਸੋਮਾ ਵੀ ਤਿਆਰ ਹੋਇਆ ਪਿਆ ਕਿਸਾਨਾਂ ਦੇ ਧਰਨੇ ਤੇ ਜਾਣ ਲਈ। ਮੈਨੂੰ ਲੱਗਦਾ ਜਾਣਾ ਚਾਹੀਦਾ। ਉਹ ਨਹੀਂ ਯਾਰ, ਕਿਹੜੀਆਂ ਸੋਚਾਂ 'ਚ ਪੈ ਗਿਆ। ਇਹ ਤਾਂ ਵਿਹਲੇ ਬੰਦਿਆਂ ਦਾ ਕੰਮ ਹੈ। ਵਿਹਲੇ ਆ, ਲੱਗੇ ਹੋਇਆ, ਲੱਗੇ ਰਹਿਣ ਦੇ। ਕਾਹਦੇ ਵਾਸਤੇ ਜਾਣਾ ਚਾਹੀਦਾ? ਹੋਰ ਹੀ ਗੱਲਾਂ ਐਵੇਂ ਮੇਰੇ ਦਿਮਾਗ। ਬਾਪੂ ਜੀ, ਉਹ ਪੱਥਰ ਜੰਟਾ ਆਇਆ ਸੀ ਤੇਰੇ ਤਾਏ ਸੋਮੇ ਨੂੰ ਨਾਲ ਲੈ ਕੇ, ਸਿਫਾਰਸ਼ਾਂ ਪਵਾਉਂਦੇ ਆ ਜਿੱਦਾਂ ਮੈਂ ਆ ਸੋਮੇ ਦੇ ਕਹੇ ਤੇ ਜਾਉਂ ਧਰਨੇ ਤੇ। ਕਮਲੇ ਕਮਲੀਆਂ ਮਾਰਦੇ ਆ। ਬਾਪੂ ਜੀ, ਆ ਸੋਮਾ ਤਾਇਆ ਕਮਲੀਆਂ ਨਹੀਂ ਸੀ ਮਾਰਦਾ। ਬਿਲਕੁਲ ਸਹੀ ਕਹਿੰਦਾ ਸੀ ਉਹ। ਜੇ ਮਜ਼ਦੂਰ ਤੇ ਕਿਸਾਨ ਇਕਜੁੱਟ ਹੋ ਜਾਣ ਤਾਂ ਮੋਰਚਾ ਛੇਤੀ ਫਤਿਹ ਹੋ ਜਾਣਾ। ਜੇ ਆਹ ਨੌਜਵਾਨ ਵੀ ਗਾਇਕੀ ਦਾ ਖਹਿੜਾ ਛੱਡ ਕੇ ਸੰਘਰਸ਼ਾਂ ਦੇ ਰਾਹ ਤੇ ਤੁਰ ਪੈਣ ਤਾਂ ਕਿਸੇ ਦੀ ਕੀ ਮਜਾਲ ਕਿ ਸਾਡੀਆਂ ਜ਼ਮੀਨਾਂ ਸਾਤੋਂ ਹੀ ਖੋਲਣ। ਪੁੱਤ, ਜਦ ਤੂੰ ਇਦਾਂ ਦੀਆਂ ਗੱਲਾਂ ਕਰਦਾ ਨਾ ਤਾਂ ਮੈਨੂੰ ਤੇਰੇ ਤੇ ਬੜਾ ਮੋਹ ਆਉਂਦਾ ਹੈ। ਚੱਲ ਕੋਈ ਨਾ ਪੁੱਤ, ਤੇਰੀ ਗੱਲ ਮੈਂ ਜ਼ਰੂਰ ਵਿਚਾਰੂੰਗਾ। ਤੂੰ ਚਿੰਤਾ ਨਾ ਕਰ। ਠੀਕ ਹੈ ਬਾਪੂ। ਹੁਣ ਐ ਦੱਸ, ਜੱਗੇ ਨੇ ਡੈਰੀ ਦੁੱਧ ਪਾਤਾ ਸੀ? ਹਾਂਜੀ ਬਾਪੂ ਜੀ। ਤੁਸੀਂ ਦੁੱਧ? ਨਾ ਨਾ ਪੁੱਤ, ਮੈਂ ਨਹੀਂ ਅੱਜ ਦੁੱਧ ਪੀਣਾ ਤੇ ਮੈਂ ਹੁਣ ਆਰਾਮ ਕਰਦਾ। ਤੂੰ ਵੀ ਆਰਾਮ ਕਰ ਲੈ। ਪਰ ਐਂ ਕਰੀ, 5 ਵਜੇ ਮੈਨੂੰ ਉਠਾ ਦੇ ਜੇ ਮੇਰੀ ਜਾਗ ਨਾ ਖੁੱਲੀ। 5 ਵਜੇ ਤੋਂ ਪਹਿਲਾਂ ਨਾ ਉਠਾਈ। ਠੀਕ ਹੈ ਬਾਪੂ। ਠੀਕ ਆ? ਚੱਲ ਕਰ ਲੈ ਆਰਾਮ ਤੂੰ ਵੀ, ਮੈਂ ਵੀ ਆਰਾਮ ਕਰ ਲੈਣਾ ਪੂਰਾ। 5 ਵਜੇ ਉਠਾ ਦੀ ਪੁੱਤ, ਉਹ ਤੂੰ ਪਹਿਲਾਂ ਵੀ ਨਾ ਉਠਾਈ, ਫੇਰ ਐਵੇਂ ਬੇਰਮੀ ਜੀ ਹੋ ਜਾਂਦੀ ਹੈ। ਹੱਥ ਮਿਲਾਉਣਾ ਨਾ ਬਾਹਰ ਜਾਣਾ, ਘਰ ਵਿੱਚ ਪੈਣਾ ਬੰਦ ਪੈਸਾ ਆਉਣਾ, ਆਵਾਜ਼ ਦਿਲਾਂ ਦੀ ਤੁਹਾਨੂੰ ਮੈਂ ਸੁਣਾਉਣਾ। ਉਹ ਮੈਂ ਹਾਂ ਕਰੋਨਾ 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 ਕਰੋਨਾ। ਚਿੱਤੇ ਆਇਆ, ਹੁਣ ਤਾਂ ਸਵੇਰ ਦੇ 5 ਵੱਜਣ ਵਾਲੇ ਆ। ਤੇਰਾ ਟਾਈਮ ਤਾਂ ਖਤਮ ਹੋ ਗਿਆ। ਚੱਲ ਨਿਕਲ। ਨਾ ਜੇ ਮੈਂ ਨਾ ਗਿਆ ਫਿਰ ਤੁਸੀਂ ਮੈਨੂੰ ਬੰਦ ਲਾਉਂਗੇ? ਨਾ ਪੁੱਤ, ਬੰਨਾਂਗੇ। ਫਿਰ ਤੇਰੇ ਨਾਲ ਉਹ ਕਰਾਂਗੇ ਜਿਹੜੀ ਖੇਤ ਪਏ ਗਧੇ ਨਾਲ ਕੀਤੀ ਜਾਂਦੀ ਆ। ਹਾਂ, ਹੁਣ ਤੂੰ ਜਾਂਦਾ ਨਹੀਂ ਫਿਰ? ਹੈ ਨਹੀਂ, ਮੈਂ ਜਾਣਾ। ਨਹੀਂ, ਮੈਂ ਜਾਣਾ। ਓਏ ਐ ਕਿਵੇਂ ਜਾਏਗਾ ਪੁੱਤ? ਮੈਂ ਜਾਣਾ ਤੂੰ ਆਪਣੇ ਪਿਓ ਮੋਦੀ ਵਾਂਗੂ ਛਿੱਤਰ ਖਾਏ ਬਿਨਾ ਥੋੜਾ ਬੰਨੇਗਾ। ਚੱਕ ਲੈ ਉਹਦੇ ਮੈਨੂੰ ਹਥਿਆਰ। ਮੈਂ ਮੰਨ ਗਿਆ। ਨਹੀਂ, ਉਹ ਵੀ ਮੰਨ ਗਿਆ, ਮੈਂ ਵੀ ਮੰਨ ਗਿਆ। ਜਾਣਾ। ਸਾਲੇ ਕਰੋਨਾ ਦੇ ਸਾਲੇ ਹੋਏ ਡਰਾਉਣ ਦੇ।
ਇਹ ਛਿੱਤਰ ਖਾਦੇ ਬਿਨਾ ਇਹਨਾਂ ਨੇ ਮੰਨਣਾ ਹੀ ਨਹੀਂ ਸੀ। ਛਿੱਤਰ ਕਾਇਮ ਕਰੋ ਜੇ ਮਨਾਉਣੀ ਹੈ ਚੱਲ ਕੋਈ ਨਹੀਂ। ਹਲੇ ਮੈਂ ਤਾਂ ਉਹਨੂੰ ਐ ਭਲੇਖਾ ਪਾਇਆ ਸੀ, ਹਲੇ ਤਾਂ 4:30 ਹੀ ਵਜੇ, ਅੱਧਾ ਘੰਟਾ ਹੋਰ ਸੌ ਲੈਣਾ। ਚੱਲ ਕੋਈ ਨਾ, ਕਰ ਲਾ ਆਰਾਮ। ਉਹ ਚਾਚਾ, ਅਗਲਿਆਂ ਨੇ ਪੂਰੀ ਤਿਆਰੀ ਕਰ ਲਈ ਤੇਰੀ ਜ਼ਮੀਨ ਤੇ ਕਬਜ਼ਾ ਕਰਨ ਦੀ। ਹੁਣ ਤੂੰ ਆਪਣੇ ਖੇਤ ਦੇ ਵਿੱਚ ਮਾਲਕ ਬਣ ਕੇ ਨਹੀਂ, ਕੰਪਨੀ ਦਾ ਮਜ਼ਦੂਰ ਬਣ ਕੇ ਕੰਮ ਕਰੇਗਾ। ਮਜ਼ਦੂਰ ਬਾਜ਼ਾਰਾਂ ਵਿੱਚ ਨਕਲੀ ਤੋੜ ਪੈਦਾ ਕਰਕੇ ਆਪਾਂ ਨੂੰ ਮਹਿੰਗੇ ਮੁੱਲ ਤੇ ਵੇਚਣਗੇ, ਜਿਹਾਂ ਗਰੀਬ ਬੰਦੇ ਨਿਕਲੀ ਕਚੁੰਬਰ। ਹੁਣ ਚਾਚਾ ਉੱਠ, ਤੇਰੇ ਕੋਲ ਸੰਘਰਸ਼ ਤੋਂ ਬਿਨਾਂ ਹੋਰ ਕੋਈ दोबारा चेक करो जी, दोबारा चेक करो। कंपनी दे नाल होए एग्रीमेंट दे मुताबिक तेरी इस जिनस दी खरीद बिल्कुल नहीं की जा सकती। पर क्यों जनाब? मैं तो जो कंपनी ने बीज दिता सी उही अपने खेत विच पाया, जो रिओ दिती सी उही अपने खेत विच पाई, जो थोड़ी कंपनी ने स्प्रे दिती सी उही स्प्रे कीती। फिर इहदे च मेरा की कसूर है जनाब? पर तू इस फसल दी संभाल चंगे तरीके नाल नहीं कीती, इसलिए कंपनी नूं बहुत बड़ा नुकसान होया ते कंपनी दा नुकसान पूरा करन दे लई तैनूं इस बार मामला नहीं दिता जा सकदा, तैनूं हरजाना भरना पेगा। हरजाना? पर जनाब मैं हरजाना क्यों भरा? नाले हरजाना भर लई मेरे कोल तां है ही कुछ नहीं। कुछ भी नहीं? ना जनाब मेरे कोल कुछ नहीं है हरजाना भरनूं। हाँ फिर ठीक है, मतलब कि फिर आज तो बाद तेरी ये सारी जमीन दी मालिक कंपनी होगी। नहीं नहीं, ये जमीन मेरी है, मेरे बापू ने मैंने दी है, मेरा टब्बर पढ़ता है, मेरे बच्चे पढ़ते हैं, ये जमीन मैं किसी को नहीं देनी। नहीं देनी ये जमीन जनाब, ये जमीन मेरी है, मेरे बच्चे पढ़ते हैं, मैं नहीं देनी। कंपनी वाले मेरी जमीन खो के बैठे कंपनी वाले साड़ी जमीन खो के ले गए। हकीकत देख ली है पुत जग्या, मैं तो तेनू भी कहूंगा
ਛੱਡੋ ਨਾ ਕੰਜਰਾਂ ਦਾ ਖੜਾ ਤੇ ਬਾਹਰ ਜਾਣ ਦਾ ਸੁਪਨਾ ਵੀ। ਆ ਜਾ ਆਪਾਂ ਦੋਵੇਂ ਰਲ ਮਿਲ ਕੇ ਪਹਿਲਾਂ ਆਪਣੀ ਧਰਤੀ ਮਾਂ ਨੂੰ ਤਾਂ ਬਚਾ ਲਈਏ। ਆ ਜਾ ਪੁੱਤ। ਜੱਗਿਆ ਪੁੱਤ। ਬਾਪੂ ਜੀ। ਟਿੱਪੀ ਪੁੱਤ, ਮੈਨੂੰ ਤਾਂ ਤੇਰੀਆਂ ਗੱਲਾਂ ਪਹਿਲਾਂ ਹੀ ਮੰਨ ਲੈਣੀਆਂ ਚਾਹੀਦੀਆਂ ਸੀ। ਤੂੰ ਸਾਰੀਆਂ ਗੱਲਾਂ ਸਹੀ ਕਰਦੀ ਸੀ ਪੁੱਤ, ਸਾਰੀਆਂ ਗੱਲਾਂ ਸਹੀ ਕਰਦੀ ਸੀ। ਅਸੀਂ ਲੜਾਂਗੇ ਸਾਥੀ। ਕਿ ਹਾਲੇ ਤੱਕ ਲੜੇ ਕਿਉਂ ਨਹੀਂ? ਅਸੀਂ ਲੜਾਂਗੇ ਆਪਣੀ ਸਜ਼ਾ ਕਬੂਲਣ ਲਈ। ਅਸੀਂ ਲੜਾਂਗੇ ਲੜ ਕੇ ਮਰ ਚੁੱਕਿਆਂ ਦੀ ਯਾਦ ਨੂੰ ਜਿੰਦਾ ਰੱਖਣ ਲਈ। ਅਸੀਂ ਲੜਾਂਗੇ, ਅਸੀਂ ਜਿੱਤਾਂਗੇ। ਬੂਟਿਆ, ਮੈਂ ਆ ਰਿਹਾ ਤੁਹਾਡੇ ਮਗਰ। ਬਿਰਖ ਵੀ ਕਿਤੇ ਹੋਰ ਜਾਣ ਦੇ ਮਸ਼ਵਰੇ। ਗਾਰੇ ਗਾਧਾਰੇ ਸਾ ਬੇਰੁਜ਼ਗਾਰ ਜਵਾਨੀ ਦਾ ਕਿਰਸਾਨੀ ਦਾ ਬੇਰੁਜ਼ਗਾਰ ਜਵਾਨੀ ਦਾ ਹਾਕਮ ਕਮੀਆਂ ਲਕੋ ਰਿਹਾ। ਹਾਕਮ ਕਮੀਆਂ ਲਕੋ ਰਿਹਾ। ਉਹ ਖਬਰਾਂ ਦੱਸਦੀਆਂ ਨੇ ਕੁਝ ਠੀਕ ਨਹੀਂ ਹੋ ਰਿਹਾ। ਹਾਂ ਭੈਣੇ, ਜਦੋਂ ਮੈਂ ਸਤਲੁਜ ਬਹਿੰਦਾ ਰਿਹਾ ਕਿਤਾਬ ਪੜ੍ਹੀ ਤਾਂ ਮੈਨੂੰ ਪਤਾ ਲੱਗਿਆ ਬਈ ਭਗਤ ਸਿੰਘ ਨੇ ਕਿਤਾਬ ਦਾ ਵਰਕਾ ਕਿਉਂ ਮੋੜਿਆ ਸੀ। ਜਦੋਂ ਮੈਂ ਸੂਰਮੇ ਦੀ ਸਿਰਜਣਾ ਪੜ੍ਹੀ ਤਾਂ ਮੈਨੂੰ ਪਤਾ ਲੱਗਿਆ ਸੂਰਮੇ ਕਿਵੇਂ ਬਣਦੇ ਨੇ, ਅਸਲੀ ਇਨਸਾਨ ਦੇ ਕੀ ਫਰਜ਼ ਹੁੰਦੇ ਨੇ, ਉਸਨੇ ਜ਼ੁਲਮਾਂ ਦੇ ਖਿਲਾਫ ਕਿਵੇਂ ਟੱਕਰ ਲੈਣੀ ਆ ਤੇ ਬਾਪੂ ਦੀ ਡੰਗੋਰੀ ਕਿਵੇਂ ਬਣੀਦਾ। ਸਾਨੂੰ ਮਾਣ ਹੈ ਤੇਰੇ ਤੇ। ਚੰਗਾ ਭੈਣੇ, ਹੁਣ ਨਾ ਤੂੰ ਮੇਰੇ ਲਈ ਇੱਕ ਕੱਪ ਚਾਹ ਦਾ ਬਣਾ ਲਿਆ ਤੇ ਮਿੱਠਾ ਤੇਜ਼ ਹੋਵੇ। ਠੀਕ ਆ ਵੀਰੇ। ਸੱਚ ਦੀਪੀ, ਮੈਂ ਨਾ ਅੱਜ ਕੱਲ ਪਾਸ਼ ਪੜਦਾ, ਜਿਹਨੇ ਜਾਬਰਾਂ ਨੂੰ ਆਖਿਆ ਸੀ ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਝਗੜੇ ਹੋਏ ਸਵਾਦਾਂ ਦੀ ਗੱਲ ਕਰਾਂਗਾ। ਜਿਨ੍ਹਾਂ ਦੇ ਹੜਾਂ ਵਿੱਚ ਰੁੜ ਜਾਂਦੀ ਏ ਸਾਡੇ ਬੱਚਿਆਂ ਦੀ ਤੋਤਲੀ ਕਵਿਤਾ ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ। ਮੈਂ ਤਾਂ ਜਦ ਵੀ ਗੱਲ ਕੀਤੀ ਖਾਦ ਦੇ ਘਾਟੇ ਦੀ ਹੀ ਗੱਲ ਕਰਾਂਗਾ, ਜਾਂ ਫਿਰ ਕਿਸੇ ਗਰੀਬੜੀ ਦੀ ਹਿੱਕ ਵਾਂਗੂ ਪਿੱਛੇ ਗਏ ਗੰਨਿਆਂ ਦੀ ਹੀ ਗੱਲ ਕਰਾਂਗਾ। ਤੇ ਦਲਾਂ ਦੇ ਖੂੰਜੇ 'ਚ ਪਈ ਸੋਨੇ ਦੀ ਫਸਲ ਤੇ ਦਲਾਂ ਦੇ ਬੂਹੇ ਤੇ ਖੜੇ ਸਿਆਲ ਦੀ ਹੀ ਗੱਲ ਕਰਾਂਗਾ। ਮੇਰੇ ਤੋਂ ਆਸ ਨਾ ਕਰਿਓ ਕਿ ਸਰਦੀ ਦੀ ਰੁੱਤ ਵਿੱਚ ਖਿੜਨ ਵਾਲੇ ਫੁੱਲਾਂ ਦੀਆਂ ਕਿਸਮਾਂ ਦੇ ਨਾਂ ਤੇ ਮੈਂ ਆਪਣੇ ਪਿੰਡ ਦੀਆਂ ਧੀਆਂ ਦਾ ਨਾਂ ਕਨਾ ਧਰਾਂਗਾ। ਵਾਹ ਵੀਰੇ, ਕਮਾਲ ਕਰਤੀ ਤੂੰ। ਹੁਣੇ ਲੜੀ ਟੁੱਟਣ ਨਾ ਦੇਈ। ਚੰਗਾ ਭੈਣੇ, ਨਹੀਂ ਟੁੱਟਣ ਦਿੰਦਾ, ਬਸ ਤੂੰ ਮੇਰੇ ਲਈ ਚਾਹ ਬਣਾ ਲਿਆ। ਠੀਕ ਹੈ ਵੀਰੇ।
ਯਾਰ ਬਾਪੂ ਅੱਜ ਸੁਪਰੇ ਪੀਰ ਲੱਗਿਆ ਸੀ। ਓਏ ਪਰ ਕਿਉਂ? ਬੈਂਕ ਵਾਲੇ ਆਏ ਸੀ ਟਰੈਕਟਰ ਲੈਣ, ਬਾਪੂ ਟਰੈਕਟਰ ਦੇ ਮੂਹਰੇ ਹੋ ਕੇ ਖੜ ਗਿਆ ਤੇ ਬੈਂਕ ਵਾਲਿਆਂ ਦੀਆਂ ਮਿਹਨਤਾਂ ਕਰਨ ਲੱਗਿਆ। ਜਥੇਬੰਦੀਆਂ ਦੇ ਕਹਿਣ ਤੇ 5 ਦਿਨ ਦੀ ਮੋਹਲਤ ਮਿਲ ਗਈ, ਪਰ ਯਾਰ ਬਾਪੂ ਆ ਗੱਲ ਦਿਲ ਤੇ ਲਾ ਗਿਆ ਤੇ ਤੂੜੀ ਵਾਲੇ ਅੰਦਰ ਜਾ ਕੇ ਸਪਰੇਅ ਪੀੜ ਲੱਗਿਆ ਸੀ। ਓਏ ਉਹਦਾ ਚਾਰ ਤੱਕ ਮੈਂ ਪਹੁੰਚ ਗਿਆ, ਨਹੀਂ ਤਾਂ ਯਾਰ ਅੱਜ ਬਾਪੂ ਨੇ ਮੈਨੂੰ ਤੇ ਬੇਬੇ ਨੂੰ ਛੱਡ ਕੇ ਚਲੇ ਜਾਣਾ ਸੀ। ਜੱਗਿਆ ਚਲੋ ਜਾਣਾ ਸੀ। ਭਾਈ ਯਾਰ ਬਾਪੂ ਨਾ ਮੇਰੇ ਨਾਲ ਗੱਲ ਨਹੀਂ ਕਰਦਾ, ਮੇਰੇ ਨਾਲ ਬੋਲਦਾ ਨਹੀਂ। ਮੇਰਾ ਬਾਪੂ ਦੇ ਘਰ ਲੱਗ ਕੇ ਰੋਣ ਨੂੰ ਬਹੁਤ ਜੀ ਕਰਦਾ ਹੈ। ਜੱਗਿਆ ਹੁਣ ਮੈਂ ਬਾਪੂ ਦਾ ਸਹੁ ਪੁੱਤ ਬਣੂੰਗਾ, ਬਾਪੂ ਦੇ ਸਾਰੇ ਦੁੱਖ ਵੰਡਾਊਂਗਾ ਮੈਂ। ਬਾਈ ਮੈਂ ਬੁਲਟ ਵੇਚਦਾ, 2-3 ਕਿਸ਼ਤਾਂ ਦਾ ਪ੍ਰਬੰਧ ਹੋ ਗਿਆ, ਹੁਣ ਮੈਂ ਸ਼ਹਿਰ ਜਾ ਕੇ ਨੌਕਰੀ ਕਰੂੰਗਾ। ਜੱਗੇ ਬਾਈ ਬਾਪੂਆਂ ਦਾ ਨਾ ਆਪਣੀ ਜ਼ਮੀਨ ਨਾਲ ਬਹੁਤ ਮੋਹ ਹੈ, ਬਾਪੂ ਬਚਾਉਣੇ ਜ਼ਰੂਰੀ ਹੈ। ਜੇ ਬਾਪੂ ਬਚਾਉਣੇ ਹੈ ਤਾਂ ਜ਼ਮੀਨ ਬਚਾਉਣੀ ਜ਼ਰੂਰੀ ਹੈ, ਤੇ ਜੇ ਜ਼ਮੀਨ ਬਚਾਉਣੀ ਹੈ ਤਾਂ ਇਹਨਾਂ ਜਥੇਬੰਦੀਆਂ ਦੇ ਲੜ ਲੱਗਣਾ ਪੈਣਾ। ਜਰਮਨਜੀਤ, ਬਾਪੂ ਨੇ ਮੇਰਾ ਨਾਂ ਜੱਗਾ ਰੱਖਿਆ, ਪਤਾ ਕਿਉਂ? ਕਿਉਂਕਿ ਬਾਪੂ ਜੀ ਨੂੰ ਮੇਰੇ ਤੋਂ ਇਹ ਆਸ ਹਮੇਸ਼ਾ ਰਹੀ ਸੀ ਕਿ ਮੈਂ ਵੱਡਾ ਹੋ ਕੇ ਜ਼ੁਲਮ ਦੇ ਖਿਲਾਫ ਜੰਗ ਲੜੂੰਗਾ। ਪਰ ਯਾਰ ਮੈਂ ਤਾਂ ਹਮੇਸ਼ਾ ਦੂਜੇ ਪਾਸੇ ਹੀ ਖੜਦਾ ਰਿਹਾ। ਜਦੋਂ ਵੀ ਹੱਕਾਂ ਲਈ ਲੜਨ ਦੀ ਗੱਲ ਆਈ, ਮੈਂ ਆਪ ਤਾਂ ਕੀ ਲੜਨਾ ਸੀ, ਸਗੋਂ ਬਾਪੂ ਜੀ ਨੂੰ ਵੀ ਰੋਕਦਾ ਰਿਹਾ। ਯਾਰ ਮੈਂ ਕਦੇ ਜ਼ੁਲਮ ਨਾਲ ਟੱਕਰ ਲੈਣ ਵਾਲਾ ਜੱਗਾ ਨਾ ਬਣ ਸਕਿਆ। ਪਰ ਮਨਜੀਤ, ਹੁਣ ਇਹ ਗੱਲ ਸਮਝ ਲੱਗ ਗਈ ਆ ਬਈ ਜ਼ਿੰਦਗੀ ਵਿੱਚ ਯੁੱਧ ਕੀਤੇ ਬਿਨਾ ਕੋਈ ਚਾਰਾ ਨਹੀਂ। ਅਸੀਂ ਜਿਨ੍ਹਾਂ ਨੇ ਯੁੱਧ ਨਹੀਂ ਕੀਤਾ, ਤੇਰੇ ਸੌ ਪੁੱਤ ਨਹੀਂ ਹਾਂ ਜ਼ਿੰਦਗੀ। ਯੁੱਧ ਸਾਡੇ ਬੱਚਿਆਂ ਲਈ ਪਿੜੀਆਂ ਵਾਲੀ ਖੁੱਦੋ ਬਣ ਕੇ ਆਏਗਾ। ਯੁੱਧ ਸਾਡੀਆਂ ਧੀਆਂ ਲਈ ਕਢਾਈ ਦੇ ਨਵੇਂ ਨਮੂਨੇ ਲਿਆਏਗਾ। ਯੁੱਧ ਸਾਡੀਆਂ ਬੀਬੀਆਂ ਦੇ ਥਣਾ ਅੰਦਰ ਦੁੱਧ ਬਣ ਕੇ ਉਤਰੇਗਾ। ਯੁੱਧ ਸਾਡੀ ਬੁੱਢੀ ਮਾਂ ਦੀ ਨਿਗਾਹ ਦੀ ਐਨਕ ਬਣੇਗਾ। ਮਨਜੀਤ, ਹਾਕਮ ਦੇਸ਼ ਵੇਚਣ ਨੂੰ ਫਿਰਦੇ ਨੇ ਤੇ ਆਪਾਂ ਵੇਚਣ ਨਹੀਂ ਦੇਣਾ। ਫਿਰਦੇ ਦੇਸ਼ ਵੇਚਣ ਨੂੰ ਦੱਲੇ, ਐਨੇ ਗੋਡਿਆਂ ਥੱਲੇ ਧਾਰਾਂ ਤਿੱਖੀਆਂ ਕਰਵਾਈਆਂ ਨੇ ਖੁੰਡੀ ਤਲਵਾਰ ਦੀਆਂ। ਜਵਾਨੀ ਜੜਾ ਪੱਟਣ ਨੂੰ ਕਾਲੀ ਜ਼ਾਲਮ ਸਰਕਾਰ ਦੀਆਂ। ਮਨਜੀਤ, ਹੁਣ ਆਪਾਂ ਇਹਨਾਂ ਨਾਲ ਗੱਲ ਕਰ ਤੇ ਮੈਂ ਇੱਧਰ ਤਿਆਰੀ ਖਿੱਚਦਾ। ਠੀਕ ਹੈ ਭਾਈ, ਆਪਾਂ ਧਰਨੇ ਤੇ ਜਾਵਾਂਗੇ ਮਨਜੀਤ। ਠੀਕ ਹੈ ਭਾਈ, ਤੂੰ ਖਿੱਚ ਤਿਆਰੀ। ਨੌਜਵਾਨਾਂ ਨਾਲ ਗੱਲ ਕਰ। ਠੀਕ ਹੈ ਭਾਈ, ਠੀਕ ਹੈ। ਸਿੱਧੂ ਮੂਸੇ ਵਾਲੇ ਦੇ ਖਾੜੇ ਤੇ ਚੱਲਿਆ, ਢੋਲਕ ਵਜਾਉਣਾ। ਤੂੰ ਵੀ ਚੱਲ ਉੱਥੇ ਤਬਲਾ ਤੁਬਲਾ ਵਜਾ ਲਈ। ਇਹ ਕਿੱਧਰ ਦੀ ਤਿਆਰੀ ਖਿੱਚੀ ਹੈ ਓਏ? ਧਰਨੇ ਤੇ ਚੱਲਿਆ, ਕਿਸਾਨਾਂ ਦੇ ਧਰਨੇ ਤੇ। ਜੇ ਪੁੱਤ ਤੁਸੀਂ ਨੌਜਵਾਨ ਕੁਝ ਕਰਨ ਜੋਗੇ ਨਹੀਂ ਹੋਵੋਗੇ ਤਾਂ ਸਾਨੂੰ ਬੁੱਢਿਆਂ ਨੂੰ ਤਾਂ ਇਹ ਲੜਾਈ ਲੜਨੀ ਪਊਗੀ। ਮਾਂ ਸਾਡੀ ਐ ਨਹੀਂ ਜਾਣ ਦਿੰਦੇ ਇਹਨੂੰ, ਲੜਾਂਗੇ ਖੂਨ ਦੀ ਆਖਰੀ ਬੂੰਦ ਤੱਕ ਲੜਾਂਗੇ। ਐ ਨਹੀਂ ਜਾਣ ਦਿੰਦੇ ਜ਼ਮੀਨ। ਬਾਪੂ ਜੀ, ਆ ਤੁਹਾਡੇ ਸਿਰ ਤੇ ਕੀ ਆ? ਮਾਂ ਹੈ ਮੇਰੀ, ਹੈ ਮੇਰੇ ਖੇਤਾਂ ਦੀ ਮਿੱਟੀ। ਇਹ ਵੀ ਨਾਲ ਜਾਊਗੀ ਮੇਰੇ ਧਰਨੇ। ਮੈਨੂੰ ਹੌਸਲਾ ਦੇਣ ਦੀ, ਹਿੰਮਤ ਦੇਣ ਲਈ। ਬਾਪੂ ਜੀ, ਅੱਜ ਤੋਂ ਮਾਂ ਦੀ ਰਾਖੀ ਮੈਂ ਕਰੂੰਗਾ। ਹਰੇਕ ਹੱਕ ਦੀ ਲੜਾਈ ਆਪ ਮੂਹਰੇ ਹੋ ਕੇ ਲੜੂੰਗਾ। ਮੈਨੂੰ ਇੰਨਾ ਨਕਮਾ ਨਾ ਸਮਝੋ ਬਾਪੂ ਜੀ, ਜਿਹੜਾ ਤੁਹਾਡਾ ਪੁੱਤ ਹੋ ਕੇ ਤੁਹਾਡੇ ਜਜ਼ਬਾਤਾਂ ਨੂੰ ਨਾ ਸਮਝ ਸਕਾਂ। ਉਹ ਰਹਿਣ ਦੇ। ਸਿੱਧੀ ਤਰ੍ਹਾਂ ਦੱਸ, ਕਿਹੜੇ ਕੰਜਰ ਦੇ ਖਾੜੇ ਵਿੱਚ ਜਾਣ ਦੀ ਪਰਮਿਸ਼ਨ ਮੰਗ ਰਿਹਾ ਹੁਣ ਤੂੰ ਮੇਤੋਂ? ਹਾਂ, ਹੋਰ ਹੀ ਗੱਲਾਂ। ਕੰਜਰਾਂ ਦੇ ਖਾੜੇ 'ਚ ਤਾਂ ਬਥੇਰਾ ਜਾ ਕੇ ਦੇਖ ਲਿਆ ਬਾਪੂ ਜੀ। ਹੁਣ ਤਾਂ ਜੂਝਦੇ ਹੋਏ ਲੋਕਾਂ ਦੇ ਖਾੜੇ 'ਚ ਜਾਣਾ।
ਹਾਂਜੀ ਬਾਪੂ ਜੀ, ਮੈਂ ਧਰਨੇ ਤੇ ਜਾਣਾ ਬਾਪੂ ਜੀ। ਉਹ ਦੀਪੀ ਪੁੱਤ, ਉਹ ਪਾਣੀ ਪਿਆ ਆਪਣੇ ਭਰਾ ਨੂੰ, ਪੜਪੜੀਆਂ ਝਾਂਸੇ ਦੀਆਂ। ਇਹਦਾ ਦਿਮਾਗ ਘੁੰਮ ਗਿਆ ਲੱਗਦਾ ਮੈਨੂੰ, ਇਹ ਤਾਂ ਹੋਰ ਹੀ ਗੱਲਾਂ ਕਰੀ ਜਾਂਦਾ। ਹਾਂਜੀ ਬਾਪੂ ਜੀ, ਮੇਰਾ ਨਾ ਦਿਮਾਗ ਅੱਜ ਘੁੰਮ ਕੇ ਸਹੀ ਟਿਕਾਣੇ ਤੇ ਆ ਗਿਆ। ਇਹ ਗੱਲ ਹੁਣ ਸਮਝ ਲੱਗ ਗਈ ਆ ਕਿ ਲੜਾਈ ਜ਼ਮੀਨ ਦੀ ਆ ਤੇ ਜ਼ਮੀਨ ਤੇ ਰਹਿ ਕੇ ਲੜਨੀ ਪਊਗੀ, ਖਿਆਲਾਂ ਦੀ ਦੁਨੀਆ ਵਿੱਚ ਨਹੀਂ। ਬੁਲਟ ਦੇ ਪਟਾਕੇ ਪਾਉਣ ਨਾਲ ਤੇ ਕਚਹਿਰੀਆਂ 'ਚ ਤਰੀਕਾਂ ਭੁਗਤਣ ਨਾਲ ਉਹ ਸਿਰਾਂ ਤੇ ਕਰਜ਼ੇ ਚੜਦੇ ਆ, ਮੇਲੇ ਨਹੀਂ ਲੱਗਦੇ। ਬਾਪੂ ਜੀ, ਹੁਣ ਇਹ ਧਰਤੀ ਦੀ ਲੜਾਈ ਅਸੀਂ ਧਰਤੀ ਤੇ ਰਹਿ ਕੇ ਲੜਾਂਗੇ ਤੇ ਜਿੱਤਾਂਗੇ ਵੀ ਜ਼ਰੂਰ। ਉਹ ਸ਼ਾਬਾਸ਼ ਓਏ ਮੇਰੇ ਪੁੱਤਰਾ, ਸ਼ਾਬਾਸ਼। ਤੂੰ ਸਾਬਤ ਕਰ ਦਿੱਤਾ ਹੈ ਤੂੰ ਜਗ ਸਿਉਂ ਦਾ ਪੁੱਤ ਹੈ, ਆਪਣੇ ਤਾਏ ਰੌਣਕ ਸਿੰਘ ਦਾ ਭਤੀਜਾ ਹੈ। ਸ਼ਾਬਾਸ਼ ਓਏ ਮੇਰੇ ਪੁੱਤਰਾ। ਓਏ ਹੁਣ ਨਹੀਂ ਹਾਰਦੇ, ਹੁਣ ਤਾਂ ਜਿੱਤਾਂਗੇ, ਨਾ ਝੁਕਾਂਗੇ ਨਾ ਰੁਕਾਂਗੇ। ਸਮੇਂ ਦੀ ਤਾਰ ਦਾ ਕੰਡਾ ਕੱਢਣਾ ਹੀ ਪੈਂਦਾ ਹੈ। ਆਪਣੇ ਹੱਕ ਲੈਣ ਲਈ ਆਖਰ ਮੁੱਕਾ ਚੱਕਣਾ ਹੀ ਪੈਂਦਾ ਹੈ। ਬਾਪੂ ਜੀ, ਮੈਨੂੰ ਇੱਕ ਆਸ਼ੀਰਵਾਦ ਹੋਰ ਦੇਵੋ। ਜੇ ਉੱਥੇ ਕੁਰਬਾਨੀ ਦੀ ਗੱਲ ਆਈ ਤਾਂ ਮੈਂ ਪਿੱਛੇ ਨਾ ਹਟਾਂ। बड़ा आज़माਉਂਦੀਆਂ ਨੇ ਰਸਤਿਆਂ ਵਿੱਚ ਮੁਸ਼ਕਿਲਾਂ, ਲੇਕਿਨ ਇਰਾਦੇ ਸਰ ਪਰੋਸ਼ਾਨੇ ਕਦੇ ਨਹੀਂ ਡੋਲਿਆ ਕਰਦੇ। ਜਿੰਨਾ ਉਗਣਾ ਹੁੰਦਾ ਉਹ ਨਹੀਂ ਵੇਖਦੇ ਮੌਸਮ, ਸੀਨਾ ਪਾੜ ਕੇ ਧਰਤੀ ਦਾ ਮੂੰਹ ਖੋਲਿਆ ਕਰਦੇ। ਜੇ ਚਾਹੁੰਦੇ ਹੋ ਕਿ ਬਦਲੇ ਵਕਤ ਤਾਂ ਹਿੰਮਤ ਪਾਉ ਕਰਨੀ, ਕਰ ਬੈਠਿਆ ਕਦੇ ਵਕਤ ਨਹੀਂ ਬਦਲਿਆ। ਤੁਸੀਂ ਕੁਝ ਹੋਰ ਵੇਨੇ ਹੋ, ਅਸੀਂ ਕੁਝ ਹੋਰ ਵੇਨੇ ਆ। ਤੁਸੀਂ ਕੁਝ ਹੋਰ ਵੇਨੇ ਹੋ, ਅਸੀਂ ਕੁਝ ਹੋਰ ਵੇਨੇ ਆ। ਤੁਸੀਂ ਦਰਦ ਵੇਨੇ ਹੋ, ਅਸੀਂ ਲੋਰ ਵੇਨੇ ਆ। ਹਾਕਿਮ ਜੇ ਜ਼ਾਲਿਮ ਹੈ, ਚਾ ਸਾਨੂੰ ਵੀ ਮਰਨੇ ਦਾ। ਹਾਕਿਮ ਜੇ ਜ਼ਾਲਿਮ ਹੈ, ਚਾ ਸਾਨੂੰ ਵੀ ਮਰਨੇ ਦਾ। ਫੁੱਲ ਖਿੜ ਜਾਣ ਗੈਰਤ ਦੇ ਲਹੂ ਨੂੰ ਢੋਲ ਵੇਨੇ ਆ। ਤੁਸੀਂ ਦਰਦ ਵੇਨੇ ਹੋ, ਅਸੀਂ ਲੋਰ ਵੇਨੇ ਆ। ਪਿਆਰੇ ਦਰਸ਼ਕੋ, ਇਹ ਸੀ ਨਾਟਕ ਉੱਠਣ ਦਾ ਵੇਲਾ, ਪੇਸ਼ਕਾਰੀ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ। ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੀ ਕਾਰਵਾਈ ਸਟੇਜ ਸੈਕਟਰੀ ਸਾਹਿਬ, ਬਹੁਤ ਬਹੁਤ ਧੰਨਵਾਦ। ਤੇ ਅਜੇ ਥੋੜੀ ਦੇਰ ਤੁਸੀਂ ਪ੍ਰਸ਼ਾਦਾ ਛਕਣ ਤੋਂ ਬਾਅਦ ਇਸ ਮਾਹੌਲ ਨੂੰ ਇਸੇ ਤਰ੍ਹਾਂ ਬਣਾਈ ਰੱਖਣਾ ਹੈ, ਕਿਉਂਕਿ ਜਗਸੀਰ ਜੀਦਾ ਸਾਹਿਬ ਅਤੇ ਸਾਡੇ ਤਰਕਸ਼ੀ ਸੁਸਾਇਟੀ ਪੰਜਾਬ ਦੇ ਕਾਰਕੁਨ ਵੇਦ ਪ੍ਰਕਾਸ਼ ਸੋਨੀ ਸਾਹਿਬ ਉਹ 2-4 ਮਿੰਟ ਵਾਸਤੇ
ਇਸ ਤੋਂ ਤੁਰੰਤ ਬਾਅਦ ਤੁਹਾਡੇ ਰੂਬਰੂ ਹੋਣਗੇ ਤੇ ਉਸ ਤੋਂ ਬਾਅਦ ਜਗਸੀਰ ਜੀਤਾ ਜੀ ਹੋਰਾਂ ਨੂੰ ਅਸੀਂ ਉਹਨਾਂ ਦੇ ਕੁਝ ਗੀਤ ਸੁਣਾਂਗੇ। ਸੋ ਹੁਣ ਜਿਵੇਂ ਕਾਮਰੇਡ ਸਾਹਿਬ ਹੋਰਾਂ ਦਾ ਹੁਕਮ ਹੋਇਆ ਕਿ ਸਾਰੇ ਜਿਹੜੇ ਸਾਡੀਆਂ ਮਾਤਾਵਾਂ ਭੈਣਾਂ ਵੀਰ ਬਜ਼ੁਰਗ ਸਾਰੇ ਇੱਕ ਵਾਰੀ ਫੁਲਕੇ ਛਕਣਗੇ ਤੇ ਉਸ ਤੋਂ ਬਾਅਦ ਇਸ ਮਾਹੌਲ ਨੂੰ ਆਪਾਂ ਇੱਕ ਵਾਰ ਫੇਰ ਬਿਲਕੁਲ ਇਸੇ ਹੀ ਤਰ੍ਹਾਂ ਬਣਾ ਕੇ ਰੱਖਣਾ ਹੈ।